ਐਸੀ ਸੂਰਤ ਰਾਫ ਦੀ ਆਇਤ, ਉਸ ਆਇਤ ਦੇ ਮੁਤਾਬਿਕ ਸਰ ਤੁਸੀਂ ਮੈਂ ਇੱਥੇ ਹੋਸਟ ਪਏ ਨੂੰ ਇੱਥੇ ਸਾਰੇ ਮੁਸਲਮਾਨਾਂ ਦੀ ਬਰਾੜ ਹੈ ਨਾ, ਉਹਨੇ ਉਹ ਲਾਇਆ ਤਾਂ ਇਹ ਇੱਕ ਮਿੰਟ ਮੇਰੀ ਤੁਸੀਂ ਗੱਲ ਸੁਣ ਲਓ, ਮੇਰੀ ਗੱਲ ਇੱਥੇ ਲਾਸ਼ ਛੋੜੋ, ਤੁਸੀਂ ਹੋਸਟ ਪਈ ਤੇ ਲਾਸ਼ ਛੋੜੋ, ਮੈਂ ਇਹਨਾਂ ਨੂੰ ਪੜ੍ਹ ਕੇ ਦੱਸਾਂ, ਇਹ ਉਹਨਾਂ ਨੂੰ ਮਲਕ ਕੈਸਰ ਸਾਹਿਬ ਜਾ ਕੇ ਉਹਨਾਂ ਨੂੰ ਦੱਸਣ। ਬਾਈ ਜੀ ਮੇਰੀ ਗੱਲ ਸੁਣ ਲਓ ਨਾ, ਗੱਲ ਸੁਣੋ ਪੂਰੀ ਗੱਲ ਸੁਣੋ। ਉਸ ਆਇਤ ਨੂੰ ਤੁਸੀਂ ਪੜ੍ਹ ਕੇ ਅੱਛੇ ਤਰੀਕੇ ਨਾਲ ਯਾਦ ਕਰਕੇ फिर उसका तर्जमा करो कि रसूलुल्लाह सल्लल्लाहु अलैहि वसल्लम तुम मर्दों में से किसी के बाप नहीं, बल्कि वो तो अल्लाह के रसूल और नबियों को ख़त्म करने वाले हैं। जी बिल्कुल यही तर्जुमा। इसके मुकाबले भी तुसी आयत जदों तुसी ये पढ़ लोगे फिर कहो जी इसकी तशरीह रसूलुल्लाह सल्लल्लाहु अलैहि वसल्लम ने खुद कर दी थी, आना खातमन नबीयीन ला नबी आबादी। तुहाडे कोल दो हवाले हो गए, कुरान भी हो गया, हदीस भी हो गया। फिर उस बाद तीसरी चीज़ पढ़ो कि रसूलुल्लाह सल्लल्लाहु अलैहि वसल्लम ने फरमाया कि मेरे बाद 30 झूठे दज्जाल आएंगे जिनमें से झूठे जो नबूवत का दावा करेंगे आना खातमन नबीयीन ला नबी आबादी। फिर हजूर सल्लल्लाहु अलैहि वसल्लम ने उससे कुरान पाक दी आयत दी खुद तशरीह कर देती। फिर तुसी ज़िया भाई कुलू या किसी भी भाई कुलू का हवाला ले लो, जिस मिर्जा गुलाम कादियानी ने खुद इसे आयत का तर्जमा करके खुद बयान किया है कि इस आयत का मतलब है कि नबियों को ख़त्म करने वाला। फिर वो भी हवाला ले लो, किसी भी भाई को लूँ या वो ऐप डाउनलोड कर लो। मेरे प्यारे भाई मैं सारा सुन लो, 1 मिनट लगेगा यार, की जल्दी की है ਤੁਹਾਨੂੰ ਕੀ ਮਤਲਬ ਜਲਦੀ ਹੈ ਸਰ? ਜਲਦੀ ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ ਸਾਰੀਆਂ ਮੈਂ ਉਹਨਾਂ ਨਾਲ ਡਿਸਕਸ ਕਰ ਚੁੱਕਿਆ, ਤੁਸਾਂ ਕੋਲ ਮੈਂ ਮਸਿਆ ਆਇਆ, ਮੈਂ ਇਹਨਾਂ ਨਾਲ ਇਹ ਸਾਰੀਆਂ ਡਿਸਕਸ਼ਨਾਂ ਕਰ ਚੁੱਕਿਆ। ਸੂਰਤ ਅਜ਼ਾਬ ਨੇ ਜਿਹੜੀ ਆਇਤ ਮੈਂ ਦੱਸੀ ਉਹ ਤੁਸੀਂ ਇੱਥੇ ਲਓ, ਮੈਂ ਪੜ੍ਹ ਕੇ ਵੀ ਤੁਹਾਨੂੰ ਸੁਣਾ ਛੋੜਨਾ, ਉਹਨਾਂ ਨੂੰ ਦੱਸ ਛੋੜਿਆ ਕਿ ਇੱਥੇ ਪੜ੍ਹ ਕੇ ਸੁਣਾ ਗਿਆ। ਤੁਹਾਡੀ ਬਰਾੜ ਤੇ ਤੁਸੀਂ ਕੀ ਕਿ ਮੋਚੀ ਤੇਲੀ ਟਾਈਪ ਲੋਕ ਹੋ, ਤਾਂ ਤੁਹਾਡੀ ਬਰਾੜ ਤੇ ਤੁਸੀਂ ਤੁਹਾਡਾ ਕੋਈ ਕਹਾਣੀ ਨਹੀਂ ਹੈ, ਤੁਸੀਂ ਮੁਰਤਦ ਹੋ, ਤੁਹਾਡੇ ਤੱਕੇ ਸੁਣਾਈਏ ਤੁਸੀਂ ਉਸ ਨੂੰ। ਇਸ ਤਰ੍ਹਾਂ ਗੱਲ ਨਹੀਂ ਹੁੰਦੀ ਕਿ ਅਗਲੇ ਬੰਦੇ ਨੂੰ ਕੁਹਾੜਾ ਚੁੱਕ ਕੇ ਮਾਰੋਗੇ ਤਾਂ ਸਰ ਕੁਹਾੜਾ ਹੀ ਚੁੱਕ ਕੇ ਮਾਰੋਗੇ ਨਾ। ਉਹਨਾਂ ਨੇ ਉਹ ਜਿਹੜੇ ਬੈਠੇ ਸੀ ਨਾ ਉਹ ਕਟਰ ਸੀ, ਉਹਨਾਂ ਦੇ ਜਿਹੜੇ ਦੋ ਇੱਕ ਚਿਹਰੇ ਸੀ ਨਾ ਬਿਲਕੁਲ ਕਟਰ ਸੀ, ਜਿਹੜੇ ਮੇਰੇ ਨਾਲ ਲੱਗੇ ਸੀ, ਕਟਰ ਲੋਕ ਸੀ ਉਹ। ਨਹੀਂ ਉਹ ਤੁਹਾਡੀ ਗੱਲ ਸੁਣਨਗੇ, ਜਾਂ ਤੁਸੀਂ ਕਿਸੇ ਨਿਊਟਰਲ ਪਲੇਟਫਾਰਮ ਤੇ ਵੀ ਚਲੇ ਜਾਂਦੇ ਹੋ। ਫਿਰ ਇਹ ਗੱਲ ਕਰਨ ਤੋਂ ਬਾਅਦ ਤੁਸੀਂ ਉਹਨਾਂ ਨੂੰ ਕਹੋ ਕਿ ਜੀ ਇਹ ਰਸੂਲੁल्लाह सल्लल्लाहु अलैहि वसल्लम ਦੀ ਤਸ਼ਰੀਹ ਹੈ, ਇਹ ਤੁਹਾਡੇ ਮਿਰਜ਼ਾ ਗੁਲਾਮ ਕਾਦੀਆਨੀ ਦੀ ਤਸ਼ਰੀਹ ਹੈ। ਹੁਣ ਦੱਸੋ ਕਿ ਤੁਸੀਂ ਰਸੂਲੁल्लाह सल्लल्लाहु अलैहि वसल्लम ਨੂੰ ਆਖਰੀ ਨਬੀ ਮੰਨਦੇ ਹੋ ਜਾਂ ਨਹੀਂ ਮੰਨਦੇ। ਇਹ ਹੁੰਦਾ ਕਿ ਕੰਕਰੀਟ ਤਰੀਕੇ ਨਾਲ ਆਪਣਾ ਪੂਰਾ ਜਵਾਬ ਫਰੇਮ ਕਰਕੇ ਉਸਨੂੰ ਕਹਿ ਦੇਣਾ। ਅਗਰ ਤੁਸੀਂ ਇਤਨੀ ਗੱਲ ਕਰੋਗੇ, ਤੁਹਾਨੂੰ ਕੋਈ ਟਾਈਮ ਲਓ, ਕਹੋ ਜੀ ਮੈਨੂੰ 2 ਮਿੰਟ ਦਾ ਟਾਈਮ ਦਿਓ, ਮੈਂ ਆਪਣੀ ਗੱਲ ਕਰਨੀ ਹੈ, ਅੱਛੇ ਤਰੀਕੇ ਨਾਲ ਤੁਸੀਂ ਆਪਣਾ ਇਤਰਾਜ਼ ਬਿਆਨ ਪੇਸ਼ ਕਰ ਦਿਓ, ਔਰ ਉਸ ਤੋਂ ਬਾਅਦ ਉਹਨਾਂ ਦੇ ਕੋਲੋਂ ਜਵਾਬ ਸੁਣ ਕੇ ਉਹ ਜਿਹੜੇ ਪੈਂਚਰ ਲਗਾਉਣਗੇ ਉਹ ਵੀ ਹੈ ਜ਼ਿਆ ਰਸੂਲ ਬਾਈ ਨੂੰ ਪਤਾ, ਇਹਨਾਂ ਨਾਲ ਆ ਕੇ ਡਿਸਕਸ ਕਰੋ ਅਤੇ ਸਿੱਖੋ ਅੱਛੇ ਤਰੀਕੇ ਦੇ ਨਾਲ, ਅਤੇ ਅੱਛੇ ਤਰੀਕੇ ਦੇ ਨਾਲ ਗੱਲ ਕਰੋ। ਤੇ ਕਦੇ ਵੀ ਕਿਸੇ ਵੀ ਬਰਾੜ ਤੇ ਮੁਸਲਮਾਨਾਂ ਦੀ ਬਰਾੜ ਹੋਵੇ ਜਾਂ ਕਾਦੀਆਨੀਆਂ ਦੀ ਫਿਰਕਾ ਵਰਾਦੀਅਤ ਦੇ ਖਿਲਾਫ ਕਦੇ ਵੀ ਕੋਈ ਗੱਲ ਨਾ ਕਰੋ। ਇੱਥੇ ਅਹਿਲੇ ਹਦੀਸ, ਸ਼ੀਆ, ਸੁੰਨੀ, ਵਾਬੀ ਸਭ ਅਸੀਂ ਬਰਾਬਰ ਹਾਂ। ਵੀ ਆਰ ਮੁਸਲਿਮ, ਸਾਰੇ ਮੁਸਲਮਾਨ ਨੇ। ਬਸ ਇਤਨੀ ਜੀ ਗੱਲ ਹੈ ਜੀ। ਤੁਸੀਂ ਗੱਲ ਕੰਪਲੀਟ ਕਰ ਲੀਤੀ ਜੀ ਸਰ। मेरा पॉइंट ऑफ व्यू पहले दिन थी ये है कि कादियानिया ते इशू ते बरेलवी, देवबंदी, अहले हदीस, शिया असी सारे एक पेज ते असा इताद दे उम्मत दे आमी लोग हाँ। ठीक हो गया जी। बाकी जिधर तक रही गल इन्हां डिस्कशन दी ते इन्हां नाल सारियां डिस्कशनां कर चुके हैं। हज़रत ईसा ने वफात ने हवाले नाल जिहड़ी कुरान दी आयत है सूरत अल इमरान दी आयत नंबर 55, ये सारा कुछ इन्हां ने डिस्कस करके भाई जी मैं तंग आ गए ना, ਤੇ ਇਹ ਰਵਈਆ ਮੈਂ ਉਲਾ ਇਖਤਿਆਰ ਕੀਤਾ। ਇਹ ਮੇਰਾ ਮਜ਼ਾਕ ਉਡਾਉਣੇ ਸੀ, ਮੈਂ ਤੁਹਾਨੂੰ ਅੱਜ ਦੱਸਣਾ ਆ, ਇਹ ਮੇਰਾ ਮਜ਼ਾਕ ਉਡਾਉਣੇ ਹੋਣੇ ਸੀ। ਗੱਲ ਸਮਝ ਗਏ ਹੋ? ਇਹਨਾਂ ਨੇ ਮੁਖਤਲਿਫ ਬਰਾੜ ਪਤਾ ਨਹੀਂ ਕਿਹੜੇ ਕਿਹੜੇ ਨਏ ਨਾਲ ਕਿ ਮੈਨੂੰ ਕਮ ਸੇ ਕਮ 70% ਕਾਦੀਆਨੀਆਂ ਬਲਾਕ ਕਰ ਛੁੜਿਆ ਹੈ। ਗੱਲ ਸਮਝ ਗਏ ਹੋ? ਇਹਨਾਂ ਨੂੰ ਜਿਹੜਾ ਜਵਾਬ ਇਹਨਾਂ ਤਰਜੁਮੇ ਵੀ ਆਵਾਜ਼ ਆ ਰਹੀ ਹੈ ਜ਼ਿਆ ਭਾਈ ਆਵਾਜ਼ ਆ ਰਹੀ ਹੈ? ਜੀ ਜੀ ਆ ਰਹੀ ਹੈ। ਇਹਨਾਂ ਤਰਜੁਮੇ ਵੀ ਖੁਦ ਕੋਲੋਂ ਕੀਤੇ ਨੇ, ਇਹਨਾਂ ਆਪਣੇ ਤਰਜੁਮੇ ਕੱਢੇ ਨੇ ਹਰ ਚੀਜ਼ ਦੇ। ਗੱਲ ਸਮਝ ਗਏ ਹੋ? ਇਹਨਾਂ ਨਾਲ ਤੁਸੀਂ 1000 ਮੇਰੇ ਭਰਾ ਲਾਜਿਕ ਦੇ ਦਿਓ, ਖੁਦਾ ਦੀ ਕਸਮ। ਮੁਹਾਫਿਜ਼ ਭਾਈ, ਇਹ ਉਸਮਾਨ ਭਾਈ ਕੋਲ ਟਾਈਮ ਜ਼ਿਆਦਾ ਨਹੀਂ ਹੋਣਾ, ਉਹ ਸਿਗਨਲ ਵੀ ਪ੍ਰੋਬਲਮ ਹੈ, ਉਹ ਗੱਡੀ ਤੇ ਉਹਨਾਂ ਦੀ ਗੱਲ ਜ਼ਰਾ ਸੁਣ ਲਓ ਜੀ। ਉਸਮਾਨ ਭਾਈ ਕੀ ਕਹਿਣਾ ਚਾਹ ਰਹੇ ਹੋ? ਚੱਲਦਾ ਕਿ ਬੰਦਾ ਇਹਨੇ ਡਾਊਨਲੋਡ ਕਰਕੇ ਫਿਨਿਸ਼ ਕਰ ਲਿਆ। ਕੋਈ ਡਾਊਨਲੋਡ ਤੇ ਮੈਂ ਵੀ ਕੀਤੀ ਹੈ, ਤੁਹਾਡੇ ਕੋਲ ਕੱਲ 4 ਬੰਦੇ ਸਨ ਤੇ ਉਸ ਤੋਂ ਬਾਅਦ ਮੁਰਤਜ਼ਾ ਭਾਈ ਨੇ ਕੀਤੀ ਹੈ ਤੇ ਮੈਂ ਵੀ ਕੀਤੀ ਹੈ, 2 ਹੋ ਗਏ ਤੇ ਅਲੀ ਭਾਈ ਹੁਣ ਕਰਦੇ ਪਏ ਨੇ, ਤੇ ਤੁਹਾਡੇ ਕੋਲ ਇੱਕ ਰਹਿਣਾ ਚਾਹੀਦਾ ਫਿਰ। ਹਾਂ ਤਾਂ ਬਸ ਜੇ ਤੁਸੀਂ ਵੀ ਹੁਣ ਕੀਤੀ ਤੇ ਫਿਰ ਤੇ ਇੱਕ ਰਹਿ ਗਿਆ ਪਿੱਛੇ। ਮੈਂ ਕੱਲ ਕੀਤੀ ਸੀ, ਜਦੋਂ ਫੀਡਬੈਕ ਜਾਏਗਾ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਬੰਦੇ ਨੇ ਕਰ ਲਈ ਹੈ। ਨਹੀਂ ਉਹ ਮੈਨੂੰ ਕੁਝ ਨਹੀਂ ਪਤਾ ਚੱਲਣਾ, ਮੈਨੂੰ ਵੈਸੇ ਹੀ ਉਹ ਕਾਊਂਟਿੰਗ ਤੇ ਸ਼ੋ ਹੋਏਗਾ ਵੀ ਇੰਨੇ ਬੰਦੇ ਨੇ ਡਾਊਨਲੋਡ ਕਰ ਲਈ, ਲੇਕਿਨ ਉੱਥੇ ਰਿਵਿਊ ਤੁਸੀਂ ਦੇਣਾ ਲਾਜ਼ਮੀ।
ਉਹਨੂੰ ਕੋ 3 ਕੁ ਸਟਾਰ 3 ਜਾਂ 4 5 ਸਟਾਰ ਨਾ ਰੇਟ ਕਰਨਾ 3 ਸਟਾਰ ਜਾਂ 4 ਸਟਾਰ ਰੇਟ ਕਰਕੇ ਤੇ ਉੱਥੇ ਰਿਵਿਊ ਲਿਖ ਦਿਓ ਹਾਂ ਮਲਿਕ ਇਮਰਾਨ ਸੁਣਿਆ ਹੈ 3 ਸਟਾਰ 4 ਸਟਾਰ ਮੈਂ ਤਾਂ ਬਈ ਦਿੱਤੇ ਫੁੱਲ ਤੁਸੀਂ ਤਾਂ ਸਟਾਰ ਵੀ ਦਿੱਤੇ ਆ ਤੇ ਤੁਸੀਂ ਰਿਵਿਊ ਵੀ ਬੜਾ ਉਂਤਰਾ ਲਿਖਿਆ ਮਲਕ ਸਾਹਿਬ ਮੈਂ ਰਿਵਿਊ ਲਿਖਿਆ ਕਿ ਮੈਂ ਤੇ ਬਹੁਤ ਅਰਸੇ ਤੋਂ ਢੂੰਢ ਰਿਹਾ ਹੂੰ ਤੇ ਉਹ 7 8 10 ਸਟਾਰ ਹੋਣੇ ਤਾਂ ਵੀ ਮਲਿਕ ਇਮਰਾਨ ਨੇ ਦੇ ਦੇਣੇ ਸਰ ਮੈਂ ਪਿਆ ਨਾ ਵੀ ਹੁੰਦੇ ਉਹ ਹਨ 5 ਮੈਂ ਦੇ 5 ਸਕਦਾ ਮਗਰ ਦਾ ਆਉਂਦੇ ਤੇ ਮੈਂ ਜਨਾਬ ਲਈ ਦਾ ਦੇਣੇ ਸਨ ਅੱਛਾ ਤੇ ਮਲਿਕ ਸਾਹਿਬ ਤੁਸੀਂ ਆਟੇ ਦਾ ਕੰਮ ਕਰਿੰਦੇ ਉੱਥੇ ਆਦਨੇ पे आटे का काम करें ना ਆਟਾ ਸਪਲਾਈ ਕਰਨੇ मैं आखे चक्की लाई हुई है ना कि जाए ਮੈਂ ਜਿਹੜੀ ਉਹ ਗੱਲ ਕਰ ਰਹੇ ਸਨ ਨਾ ਐਪਲੀਕੇਸ਼ਨ ਬਣਾਉਣ ਦੀ ਤੇ ਬਸ ਮੇਰਾ ਵੀ ਇਸ ਤੋਂ ਮਿਲਦਾ ਜੁਲਦਾ ਕੰਮ ਹੈ नहीं मजाक कर रहे हैं आईटी ਦਾ ਪਤਾ ਹੈ ਮੈਂ ਵੈਸੇ ਮਜ਼ਾਕ ਕੀਤਾ ਨਾਲ ਇੱਕ ਚੁਟਕਲਾ ਹੀ ਤਾਂ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਤੇ ਤੁਸੀਂ ਆਓਗੇ ਜਦੋਂ ਤੇ ਤੁਹਾਨੂੰ ਮੈਂ 에어ਪੋਰਟ ਤੇ ਝੰਡੀਆਂ ਲਗਵਾਵਾਂਗਾ ਤੁਸੀਂ ਆਓ ਬਸ ਅੱਛਾ ਸੱਚ ਮੈਨੂੰ ਯਾਦ ਆਇਆ मलिक साहब पता नहीं कि मैं दसे ना केस है तो केस जब खत्म होना है तो उधर मैं इंशाल्लाह ਉਹ ਹੁਣ ਤੁਸੀਂ ਕੀ ਅੰਦਰ ਹੀ ਕਰਸਣ ਕੇਸ ਖਤਮ ਨਹੀਂ ਹੋਣਾ ਲਾ ਖੈਰ ਕਰੇ ਉਹ ਜ਼ਨਾਨੀ ਡਾਢੀ ਹੈ नहीं केस खत्म ਅੱਲਾ ਅੱਲਾ ਖੈਰ ਕਰੇ ਰਾ ਮਤਲਬ ਕੈਸਰ ਭਾਈ ਕਹਿਣੇ ਸੋ ਇੰਗਲੈਂਡ ਆ ਰਹੇ ਹੋ ਤੁਸੀਂ ਕੋਈ ਇਤਲਾ ਨਹੀਂ ਆਈ ਇਨਸ਼ਾਅੱਲਾ ਅਗਲੇ ਮਹੀਨੇ ਮੇਰਾ ਪਲਾਨ ਤੇ ਹੈ ਅੱਛਾ ਆਸੋ ਠੀਕ ਅੱਛਾ ਆਣਾ ਨੇ ਵਾਲੇ ਮੈਂ ਸਮਝਿਆ ਹੋ ਗਿਆ ਮੁਰ ਵੀ ਗਿਓ ਨਹੀਂ ਅਗਲੇ ਮਹੀਨੇ ਮੈਂ ਇਨਸ਼ਾਅੱਲਾ ਆਵਾਂਗਾ अच्छा तो मलिक साहब साढ़े को ही आसो इतने फ्रांस ही ਆ ਜਾਾਂਗੇ ਜੇ ਤੁਸੀਂ ਬੁਲਾਇਆ ਤੇ मैं जरूर आना जरूर ਠੀਕ ਹੈ ਇਨਸ਼ਾਅੱਲਾ ਕਿਉਂ ਨਹੀਂ मैं वेट कर सा ਇਨਸ਼ਾਅੱਲਾ ਕਿਉਂ अपना क्योंकि मेरा ज्यादा ਰਾਤ ਵਿੱਚ ਖਾਣਾ ਲੈ ਕੇ ਆਸੜ नहीं वेट ज्यादा वाला है तो हर दिन कर सा ਨਹੀਂ ਹਵਾਲਾਤ ਵਿੱਚ ਖਾਣਾ ਵੀ ਤੇ ਕਿਸੇ ਆਣਾ ਨਾ ਮਤਲਬ ਕੈਸਰ ਹੀ ਆਣ ਸੀ ਹਾਂ नहीं इतने ज्यादा हवालात होंदा ना बंदा एक वकील मिल सकते हो भावे इन्नी तो नप लेने ना हवालात 24 घंटे 48 घंटे 78 घंटे 96 घंटे हवालात ही रख सकते हैं ਅੱਛਾ हाँ जी तो केस खत्म हो गया जेड़े मैं जेल रहना ही हो आया हुन इंशाल्लाह बेगुनाह जेल ही रहे आया 8 महीने होने ना दे कोल 8 महीने दे पैसे लेने ਆ ਨਾ ਕੇਸ ਠੋਕ ਦਿਓ ਉਹਨਾਂ ਤੇ अच्छा मैं हुन क्लाइंट कोल पहुंच गया ते ओके फिर तू तालो ਚੁੱਕੋ ਸਵਾਰੀਆਂ ਚੁੱਕੋ ਉਹ ਜਿਹੜਾ ਮਹਿਦੀ ਸੁਬਾ ਆਇਆ ਸੀ ਨਾ ਰਾਤੀ 3 ਵਜੇ ਮੈਂ ਖਿਆਲ 2-3 ਦਾ ਟਾਈਮ ਸਿਸਟਮ ਤੇ ਉਹ ਇੰਗਲੈਂਡ ਦਾ ਜੇ ਅੱਛਾ ਬੰਗਾਲੀ ਆ ਪਾਗਲ ਹੈ ਉਹ ਪਹਿਲਾਂ ਵੀ ਕਈ ਬਰੋਡਾਂ ਤੇ ਆ ਚੁੱਕਿਆ ਅੱਜ ਨਵਾਂ ਨਹੀਂ ਆਇਆ ਪਹਿਲਾਂ ਉਹ ਮਹਿਦੀ ਤੇ ਦਾਵਾ ਨਹੀਂ ਸੀ ਕਰਦਾ ਪਿਆ ਹੁਣ ਨਵਾਂ ਕੀ ਦੱਸਦਾ ਵਾ ਠੀਕ ਹੋ ਗਿਆ ਨਾ ਇਹ ਹੁਣ ਆਪਣੇ ਦਾਅਵਿਆਂ ਦੇ ਪੇਚੇ ਲਾਉਣ ਤੇ ਅਸੀਂ ਬਹਿ ਕੇ ਤੱਕੀਏ ਕਿਸ ਦਾ ਪੇਚਾ ਲੰਮਾ ਜਾਂਦਾ ਹੈ ਸਾਹਿਬ ਬੈਤ ਕੀਤੀ ਨਾ ਮੈਂ ਕਹਿੰਦਾ ਮਸਰੂਰ ਦੇ ਕੋਲ ਲੈ ਜਾਓ ਮਸਰੂਰ ਨੂੰ ਕੋਈ ਇਹਦੀ ਬੈਤ ਕਰੇ ਤੇ ਸਾਰੇ ਫਿਰ ਪਿੱਛੇ ਹੋ ਜਾਓਗੇ ਇਹਦੇ ਵਾਹ ਇਹ ਜਿਸ ਤਰ੍ਹਾਂ ਉਹ ਹੈ ਨਾ MSR ਚੀਮਾ ਸਾਹਿਬ ਉਹ ਵੀ ਦਾਅਵੇਦਾਰ ਨੇ ਉਹ ਵੀ ਕਹਿ ਰਹੇ ਨੇ ਮੈਂ ਕਰੀਬ ਜਿਹੜਾ ਨਾ ਦਾਵਾ ਕਰਨ ਲਗਾਵਾਂ अस्सलाम वालेकुम जी वालेकुम अस्सलाम ओ आ गए मलिक असर भाई क्या हाल है जी ठीक हो ठीक ठाक या अल्हम्दुलिल्लाह भाई उस्मान भाई मुर्तजा भाई हाफिज भाई मलिक इमरान भाई क्या हाल है ठीक हो सब मलेशिया ले आ गए अल्हम्दुलिल्लाह हसन भाई आप सुनाए ठीक है अल्लाह का शुक्र ज़िया भाई अल्लाह का करम है ज़िया भाई आपको कल कॉल कर रहा था लेकिन मैं देख रहा था टाइम मैंने कहा आप तरावियों में होंगे तो इसलिए फिर मैं नहीं डिस्टर्ब किया फिर मैं आपको थोड़ी देर तक कॉल करता हूँ अभी चलो ठीक अगर है। आप फ्री हैं तो बस ये बराड़ खत्म होती है तो उसके बाद फिर कर लो मुझे आप कॉल कर लें ज़िया भाई मैं फ्री हूँ अभी बिल्कुल जब भी आपने अगर बंद की ना बना चले मैं कर लूंगा फिर आप हाफिज भाई सुनाओ जी क्या हाल है ठीक हो जी सर अल्लाह दा करम है तुसी सुनाओ तबीयत सेहत अच्छी है नहीं
بس کوئی ٹھیک چل رہی ہوں. اور کل پیر صاحب ہو کے تھے تسی ਜਦੋਂ ਸਾਰੇ ਹੀ ਪਤਾ ਨਹੀਂ ਉਹ ਕੋਈ ਪਤਾ ਨਹੀਂ ਮੈਨੂੰ ਸਮਝ ਨਹੀਂ ਪ੍ਰੋਬਲਮ ਹੋ ਰਹੀ ਨੇ ਜਾਂ ਬਾਕੀ ਬੰਦੇ ਨੂੰ ਪਤਾ ਨਹੀਂ ਕੀ ਵਜ੍ਹਾ ਹੈ. ਪੀਰ ਸਾਹਿਬ ਨੂੰ ਮੈਂ ਸੱਚੀ ਗੱਲ ਪਾਵਾਂ ਨਾ ਕਿ ਮੈਂ ਉਹਨਾਂ ਦਾ ਜਿਹੜਾ ਪੁਆਇੰਟ ਆਫ View ਸੀ ਉਸ ਤੇ ਉੱਤੇ ਕੀਤਾ, ਬਾਕੀ ਮੇਰੀ ਜ਼ਾਤ ਤੇ ਉੱਤੇ ਅਟੈਕ ਕਰਨੇ ਦਾ ਕੋਈ ਮਸਲਾ ਨਹੀਂ ਸੀ. نہیں ہم حافظ بھائی ماشاء اللہ عالمی دین نے یقین کرو گفتگو بڑی اعلیٰ گفتگو کرتے ہیں یقین کرو. ਸਰ ਮੈਂ ਉਹਨਾਂ ਦੇ ਫੇਵਰ ਵਿੱਚ ਆਇਆ ਸਾਂ. ਕੱਲ ਕਾਦੀਆਨੀ ਉਹਨਾਂ ਨੂੰ ਲਤਿਆੜ ਰਹੇ ਸੀ ਹੁਸੈਨੀ ਦੀ ਬਰਾੜ ਤੇ, ਮੈਂ ਉਹਨਾਂ ਦੀ ਫੇਵਰ ਕਰ ਰਿਹਾ ਸਾਂ. اچھا ਤਾਂ ਉਹ ਉਲਟਾ ਮੈਨੂੰ ਸਿੱਧੇ ਹੋ ਗਏ ਕਿ ਤੁਹਾਡੇ ਫੌਜੀਆਂ ਇਹ ਕਾਨੂੰਨ ਬਣਾਇਆ, 74 ਜਿਹੜਾ ਆਈਨ ਬਣਾਇਆ ਫੌਜੀਆਂ ਬਣਾਇਆ. تو سب فوٹو تو ایسا لایا ہے پھر ਉਹ ਸਰ ਫੋਟੋ ਨਾਲ ਕੀ ਹੋਣਾ ਹੈ, ਸ਼ਖਸੀਅਤ ਪ੍ਰਸਤੀ ਦੀ ਤਰਫ ਨਹੀਂ ਜਾਣਾ ਚਾਹੀਦਾ ਕਿ ਹਰ ਬੰਦੇ ਨੇ ਸਮਝੋ ਆਪਣਾ ਸਿਸਟਮ ਹੋਣਾ ਹੈ. ਫੋਟੋ ਨਾਲ ਕੀ ਹੋਣਾ ਹੈ, ਸਾਡੇ ਆਰਮੀ ਦਾ ਚੀਫ ਹੈ, ਚਲੋ ਖਾਮੀ ਵੀ ਹੋ ਸਕਣੀ ਹੈ, ਖੂਬੀਆਂ ਵੀ ਹੋ ਸਨ, ਚੀਫ ਤਾਂ ਹੈ ਨਾ ਆਰਮੀ ਦਾ. ਹੁਣ ਈਰਾਨੀ ਫੌਜ ਦੇ ਆਰਮੀ ਚੀਫ ਦੀ ਫੋਟੋ ਤਾਂ ਨਹੀਂ ਲਾ ਸਕਨੇ ਆ ਨਾ. ਉਹ ਚਲੋ ਖੈਰ ਹੀ ਹੈ ਜੀ. ਹੁਣ ਪਤਾ ਲੱਗੇਗਾ. ਹਾਂ ਆਪਣਾ ਨੀਡੋ ਬਾਈ ਨਹੀਂ ਨੀਡੋ ਠੀਕ ਹੈ. ਸ਼ਾਰਪ ਸ਼ੂਟਰ ਕੋਲ ਵੀਡੀਓ ਹੈ ਜੀ, ਉਹ ਜਿਹੜਾ ਮਸੀਹ ਐਬਟਾਬਾਦ ਵਿੱਚ ਆਇਆ ਨਾ, ਉਹ ਮੈਂ ਆਖਣਾ ਸੋਚ ਪਤਾ ਨਹੀਂ ਭੇਜੀ ਹੈ ਨਹੀਂ ਭੇਜੀ ਸ਼ਾਰਪ ਸ਼ੂਟਰ ਬਾਈ ਕੋਲ ਮੈਂ ਵੀ ਮੰਗਾ ਲਿਆ ਸੀ. ਹਾਂ ਉਹ ਮੈਸੇਜ ਕਰੋ ਹਨੇ ਉਹ ਹੁਣ ਉਹ ਅਸਾਂ ਕੋਲ ਐਡਵਾਂਸ ਟਾਈਮ ਵਿੱਚ ਚੱਲ ਰਹੇ ਨੇ. ਅੱਛਾ ਉਹ ਅੱਗੇ ਨਾ ਤਾਂ ਉਹਨਾਂ ਕੀ ਮੈਸੇਜ ਕਰੋ. ਹਾਂ ਮੈਂ ਤੇ ਹੁਣ ਯਾਦ ਹੋਣੀ ਆਈ ਹੈ ਮਸੇ नहीं होने से कि मैं कोई जो है कोई वो पुराने ट्रेनिंग कराने मार्शल आर्ट्स ਦੀ ਇੱਕ ਖੁਸ਼ਖਬਰੀ ਹੈ ਜੀ, ਕੱਲ ਪਾਕਿਸਤਾਨ ਦੇ ਵਿੱਚ 3 ਕਾਦੀਆਨੀਆਂ ਨੇ ਇਸਲਾਮ ਕਬੂਲ ਕੀਤਾ ਜੀ. ਮਾਸ਼ਾਅੱਲਾ ਜੀ, ਬਿਲਕੁਲ ਮਾਸ਼ਾਅੱਲਾ ਮਾਸ਼ਾਅੱਲਾ ਜ਼ਿੰਦਾਬਾਦ. ਉਹ ਮੁਰਸ਼ਦ ਦੱਸਿਆ ਕੱਲ ਮੈਸੇਜ ਕੀਤਾ ਨੇ ਆਪਣੇ ਕਿਆ ਨਾ ਹਕੀਮ ਸਾਹਿਬ ਨੁਮਾਨੀ ਸਾਹਿਬ. ਤੇ ਉਹ ਇਹ ਕਿਹੜਾ ਇਲਾਕਾ ਕਿਹੜਾ ਜੀ, ਮੈਨੂੰ ਤੇ ਸਮਝ ਨਹੀਂ ਆਈ. ਉਹ ਕੋਈ ਚੱਕ 83 ਹੈ ਕਿਹੜਾ ਹੈ ਜੀ? ये देख अपने ਜ਼ਿਆਰ ਰਸੂਲ ਭਾਈ ਉਹਨਾਂ ਨੇ ਡਿਟੇਲ ਨਾਲ ਦਿੱਤੀ ਹੋਈ ਸੀ, ਮੈਸੇਜ ਇੱਕ ਹੈ ਸੀ ਆ ਗਰੁੱਪ ਦੇ ਵਿੱਚ ਲੱਗਿਆ, ਉੱਥੇ ਡਿਟੇਲ ਲਿਖੀ ਹੋਈ, ਮੈਂ ਤੁਹਾਨੂੰ ਵੇਖ ਕੇ ਦੱਸਾਂਗਾ. अच्छा मेरे हाँ पता नहीं, मैं गाड़ी चला रहा हूँ जी. पीर असकानी साहब अस्सलाम वालेकुम. पीर साहब सफ़र में आप सफ़र करते होंगे तो रोज़ा रखा हुआ हो तो गाड़ी चलाने के कुछ आदाब आप अगर बता दें. आप भी सफ़र करते हैं, ज़ाहिर है गाड़ी इस्तेमाल होती है. जी भाईजान देखें, अस्सलाम वालेकुम. जी जी बात यह है कि ये जो मुहाफिज साहब हैं रमज़ान में झूठ बोल रहे हैं. पता नहीं रोज़ा तो किस मुल्क में है, शायद रात होगा, हमारे यहाँ तो दिन है. अगर पाकिस्तान में है तो झूठ बोल रहा है. तो जो इंसान झूठा हो उसे क्या आप उस पर यकीन करेंगे भाई? कहता ये है क्या झूठ बोल रहा है? मुहाफिज माइक नहीं खोलना, बस अब माइक नहीं खोलना. जी जी असकानी साहब. झूठ नहीं इन्होंने कोई नहीं झूठ इन्होंने ये बोला कि आसकानी को वहां लताड़ रहे थे कादियानी और ये आया इसने बचाया. इतना बड़ा झूठ जिंदगी में मेरे ख्याल में फिरौन ने भी नहीं बोला होगा. हमारी जो बात चल रही थी वो मलिक साहब वहां पर मौजूद थे. इसने क्या बचाया? इसने आके जो है शुरू ये कर दिया, तुम लोग क्यों जो है इनसे बात करते हो, ये लोग काफिर हैं. ये बगैर दलील काफिर मानते हैं, बगैर दलील. देख लो, बगैर दलील. ये क्या है? बगैर दलील आप काफिर मानेंगे? इसका मतलब है कि आप अपने आप को रब समझते हैं. पूरी दुनिया का रब आप ही हो. बगैर दलील ये काफिर है, बगैर दलील वो ये है, बगैर दलील वो है. तो यहाँ इस तरह का मामला नहीं है. वहाँ दलाइल से किसी को काफिर कहा जाता है, बगैर दलील किसी को काफिर नहीं कह सकते. वहाँ जो बात हो रही थी हजरत जी, आपको नहीं मालूम, हमारे यूसुफ साहब हैं, 2 लाख उनको उनसे लेने हैं झूठ मूठ के कि यूसुफी साहब ने ये कहा है कि गुलाम क्या नाम है अहमद रजा साहब जिल्ली नबूत के कायल हैं और उनकी किताबों में लिखा हुआ है.
جب احمد رضا صاحب خود قائل ہیں ذلی نبوت کے تو دوسروں کو کیسے آپ منع کریں گے؟ آپ مجھے بتائیے. جب آپ کے کتب خود، آپ کے اکابر خود قائل ہیں تو کسی نے دعویٰ کر لیا. یہ بات چل رہی تھی اور وہ کتاب سے ثابت ہے. آپ وہاں موجود نہیں تھے کہ اس کا دفاع کریں، اور نہ ہی آپ کر سکتے ہیں، اور نہ ہی آپ کر سکتے ہیں، کیونکہ وہاں پہ تلی نبوت کے قائل ہیں یا ذلی نبوت کے قائل ہیں. دونوں کو آپ کبھی بھی زندگی سے اس عبارت سے نہیں نکل سکتے. فوجی ڈریس پہن کے گھوم تو سکتے ہیں لیکن دلائل کا سے ان کا منہ بند نہیں کر سکتے. میں دلائل سے ان کا منہ بند کر رہا تھا. ایک اور احمد رضا صاحب کی عبارت لے کر آئے، اس میں بھی آپ کبھی زندگی میں اس کا منہ نہیں بند کر سکتے. لیکن میں نے 2 باتیں کی، ان کی چیخیں نکل گئی. اور آپ آئے ڈریس پہن کے ہم لوگوں کو ہی شروع ہو گئے ہو. کیا ہے محفوظ صاحب؟ تمہارے بروڈ پہ ابھی تھوڑی دیر پہلے وہاں پر بھی کیا نام ہے، شاہد صاحب کے بروڈ پہ، یہ پیر ہے، میں اس کو کچھ نہیں مانتا، میں تیرے پورے دنیا خاندان کو نہیں مانتا. تو کیا کر لو گے؟ مرتضیٰ وان صاحب اس چوتیا کو بولے منہ بند کرے. چوتیا تیرا باپ ہے، دلہ تیرا باپ ہے، تیرا باپ بے غیرت انسان منہ بند کر. بے غیرت تیرا باپ ہے. بتاؤ تجھے میں بتاؤ خبیث کہیں. بس پیر صاحب وہ کوئی نہیں، چھوڑ دیں. اس کے پورے خاندان نہیں، کو اس میں نہیں طرح مانتا، یہ پورے خاندان کو میں نہیں مانتا. تو نہیں، کیا کرو وہ گے؟ اصل میں تم لوگ سب کو سمجھ نہیں بوجھ کی مانتا، تھوڑی کیا کرو کم. گے؟ ہاں جہالت بس کے ایسے ہی انتہا ہے. دیکھ لو. ڈریس پہنا آپ ہوا میرا ہے. نام پیر صاحب میرا نام کہہ لے کہ میں مرتضیٰ کو میری نہیں بات مانتا. سنو، اس جاہل خاندان کے وہ بھائی نے برا مان لیا. انسان نے ہاں ڈریس پہنا ہوا میرے بارے ہے میں کہہ لیں. اور بدماشی کرتا ہے. اسی ڈریس کو تیرے باپ کے اور تیرے پورے خاندان کے دوپر میں ڈال دوں گا. کیا کرو گے؟ بولو اب. آؤ. گالی دینا جانتے ہو؟ میں بھی جانتا ہوں. یہ جو ڈریس ڈالا ہوا ہے نا تو نے، اس کو اتار کے تیرے دوپر میں ڈالوں گا. آؤ. پیر صاحب ڈاکٹر کمال صاحب مجھے یاد آ گئے، چھوڑ دیں اب. بھائی پیر صاحب جان، رہنے دیں، یہ بات نہ کریں. اس کا کیا منہ میں بھی نمایاں رکھتا بندے نے ہوں. غلط بات کی، آپ اس کو بات کریں. اس جیسے کیڑے نہیں، مکوڑوں کو چھوڑ. اتارنا میں بھی جانتا ہوں. نہیں چھوڑ دیں پیر صاحب. وہ جدھر بھی ڈاکٹر جاتا کمال صاحب بھائی جان، ڈاکٹر کمال صاحب ہوتے میرے تھے، محترم بھائی، وہ کہتے ہیں جدھر بھی جاتا ہے، جی سن تو لیجئے، جدھر بھی جاتا ہے ہاں. پیر آسکانی پیر آسکانی پیر آسکانی پیر آسکانی پیر اور آسکانی. نہیں، اپنا بھائی میرے باپ کی چوری کی ہے؟ نہیں، چھوٹا اپنا میرے بھائی باپ ہے، نے اس جو کو ہے کہ سمجھا تمہیں لیتے ہیں. وہ سیلاب ڈالا ہے. بدماش پیر صاحب خاندان کے ہم بدماش سمجھا لیں گے، سمجھا لیں گے. انسان. ہاں نہیں، وہ بھائی ہے اپنا میرے چھوٹا، جیسے پیر کوئی بہت مسئلہ میں نہیں. نے دیکھے ہیں. میں نے تیرے جیسے باپ بھی دیکھے ہیں. تیرے باپ جو ہے گندا کیڑا. نہیں وہ سمجھ نہیں. چھوڑ دیں پیر صاحب، نہیں، مہربانی ہے نا. بات کیا ہے، میری بات سن لیجیے محترم بھائی. جی. میں تو سمجھتا ہوں آپ لوگ سب، اب 2 ٹوک بات سمجھ لیے، آپ لوگ سب مسلمانوں کے دشمن ہو. بس خلاص، میں سمجھتا ہوں، بغیر دلیل سمجھتا ہوں. کیا کرو گے؟ یہ انسانیت ہے، یہ کوئی انسانیت ہے بھائی. 2 دن پہلے آپ لوگوں کے وہ کیا نام ہے، رضوی صاحب، ہو پورے جو ہے کافر اور یہ وہ، ان کے عقائد ان کے. تیرے عقائد کیا ہیں؟ قبر پجے. اللہ سے ڈرو، اللہ سے. ایک انسان قرآن و حدیث کی بات کرتا ہے اور تیرے عقائد، میرے عقائد. تیرے بڑے کلمہ پڑھتے ہیں اپنے بڑوں کی، ننگے ناچتے ہیں، کتوں کو ولی سمجھتے ہیں. کیا ہے بھائی؟ تم لوگوں کی عبارتوں کو لے کر قادیانی جو ہے مسلمانوں کو ذلیل کرتے، تم لوگ کے بڑوں کی. شرم نہیں آتا ہے؟ خامخواہ. بس پیر صاحب یہ اب نہیں، اب وہ بات کہیں کی کہیں چلی جائے گی. بھائی جان، ابھی میرا یہی طریقہ رہے گا. نہیں، اس طرح تو نہیں نہ ہوتا. اپنے ساتھیوں کے ساتھ وہ غلط فہمی میں ہو رہا تھا. ہم نے پیر صاحب بڑی دیر سے ہم نے سمجھایا ہوا تھا، کیا سمجھایا ہوا لیکن تھا؟ جہاں پر وہ نہیں نا. آپ آئے ہیں نا، جب آپ تشریف جب لائے ہیں نا، تو اس سے پہلے وہ تقریباً 1 گھنٹے سے موجود تھے اور مختلف باتوں میں وہ کہہ رہے تھے کہ جناب جو پیر آسکانی صاحب ہیں
وہ उसके صحیح बाप के अकीदा खेतों में मुसलमान। उसने जो है सैलाब छोड़ा पीर आसकानी ने, यही बताया पीर था। साहब बात तो सुन, नहीं नहीं नहीं, वो कह रहे थे पीर साहब हमारे सर का ताज हैं पीर आसकानी साहब। मैं इसको अपने जाती- जूते का नोक नहीं समझता हूँ। नहीं वो तो अलहदा हो गया ना, वो तो जाती गुस्सा हो गया ना। वो कह रहे हैं कि अगर अकायद की बात है तो फिर और बात होती है मिर्जाइयों के हवाले से। वैसे पीर साहब तो हमारे बड़े हैं, भाईजान लेकिन आप जब आए हैं ना तो आते ही आपने इनके फतवाजात सुने हैं, सारा कुछ सुना हुआ है। मैं ऐसे खामखा बात नहीं कर रहा। वो बात हमने घंटा लगा के खत्म की हुई थी। जो आप आए हैं ना, भाईजान सुबह इन्होंने पेशी एक लगाई हुई थी, रात को एक पेशी लगाई हुई थी। क्या मैं उसके बाद की बात, आज सुबह घंटा पहले की बात है। घंटा पहले वो सारी बातें हम मुकम्मल करके उनको तय कर चुके थे, लेकिन जब आप तशरीफ लाए हैं, जाहिर आपने उनको देखा है, तो वो फिर आपने कुछ बात की, उनको हमने रोका भी हुआ था। लेकिन फिर जाहिर है जब बात जाती तौर पे आ जाती है तो फिर इस तरह की सूरत हाल है। मेरे पर मोहतरम भाई हैं आपस में सारे। मेरे मोहतरम भाई, कोई बाई वाई नहीं है, कोई बाई वाई नहीं है। ये सिर्फ यहाँ पर तो आप लोग दिखाओ करते हो। बरेलवी बरेलवी को भाई मानता है, देवबंदी देवबंदी को भाई मानता है, शिया शिया को भाई मानता है, अहले हदीस को भाई मानता है। झूठ मत बोलो, सच्ची बात ये है। पीर साहब आप ना अपना दिमाग का इलाज कराएं। आप वैसे ही आप ना सटिया गए हुए हैं, मैंने हिसाब लगाया आपका। ये तो शायद आप अपने वालिद के बारे में बात कर रहे हैं भाई। बात खत्म करने दे, बात नहीं खत्म पीर करने साहब दे यार। देखे, नहीं बात ही खत्म करने लगा हूँ। के बात कर रहे हैं शायद। मुर्तजा भाई बात देखें कर रहे हैं, बात खत्म करने दे। आपके बड़े भी हाँ, देखा, दिमाग का इलाज करो भाईजान। वो पीर मेरे साहब, मोहतरम कोई भाई, नहीं, आप बड़े मेरा मोहतरम आप लोगों से कोई तल्लक नहीं है, क्योंकि ना मैं आप लोगों का भाई हूं, ना आप मेरे भाई हैं। सच्ची बात यही है, क्योंकि मैं देख रहा हूं कोई तल्लुक नहीं है। कोई नहीं पीर साहब, कोई नहीं। मलक इमरान साहब नीचवे ने, ओ पप्पू मलक साहब भी आ गए ने। अस्सलाम वालेकुम वरहमतुल्लाह। वालेकुम अस्सलाम वरहमतुल्लाह। यार की सुबह सुबह खप पै गई है। कोई नहीं, गरानियां गर्म हो जांदियां ने, इंजन गर्म हो भी जांदे ने ना। हम हो जाए ते हुसैनी साहब वाला काम किया करो ना, सब नु थले दा। ਤੇ और सुनाओ ਤੁਸੀਂ यार, वो अपना मुर्जा अवान साहब, वो अपने नईम अवान साहब किधर गए? मेरे को उन्होंने नंबर नहीं है। कोई खैर खरीयत है कोई ਤੁਹਾਡੇ ਕੋਲ ਉਹਨਾਂ ਦੀ? जी आमर नज़ीर भाई, नईम अवान भाई, जायद मोहम्मद जायद भाई, पुराने कई भाई ने वो बिल्कुल ना रमज़ान च घट मोहम्मद जायद भाई खाली आंदे ने, नोटिस करते ने, दाएं बाएं निकल जाते हैं। लेकिन वो नईम भाई अवान भाई भी कल परसों देखे सन, नंबर है ते वो इसे सूरत हाल च ना रमज़ान की मसरूफियत। अच्छा, मैं क्या बस खरीयत होनी चाहिए थी। ना 1-2 दिन पहले मैं देखा उन्हें की ना खैरियत ही है। जी जी सुनाओ पप्पू मलक साहब। बस जी अल्लाह ताला दा शुक्र है, चलता है रमजान। रमजान कैसा गुजरिया ਤੁਹਾਡਾ? ये अल्लाह दा करम एहसान है, बस पता नहीं चलता। छोटे जे रोजे ने, ਤੁਹਾਡਾ सुनाओ। शुक्र है, साडा ते गर्मी है थोड़ी जी, अच्छा पता भी लगता है रोजे ਦਾ। ठीक ਤੁਸੀਂ ਸਹੀ ਹੋ, ਗਰਮ ਮੁਲਕ ਵਿੱਚ ਬੈਠੇ ਹੋ। ਅਸੀਂ मतलब ਤੇ ऐसे सर्दी को चारों मस्त सीजन है। गर्मी भी है, ठंड भी है। मतलब कैसर भाई आयो ते इंशाल्लाह केड़े एयरपोर्ट ते आसो कैसर भाई? हीथ्रो एयरपोर्ट आज। ते कम भी तुसा ना सही पासे वे या के रोला है? काम ते मेरा इस तरह है ना कि मैं जिथे मर्जी बह के करा।
ਮੈਨੂੰ ਸਿਰਫ ਇੱਕ ਨਹੀਂ ਤੇ ਲੈਪਟਾਪ ਚਾਹੀਦਾ। ਇਥੋਂ ਲਾਜ਼ਮੀ ਕਿਉਂ ਹੈ ਆਣਾ? ਇਥੋਂ ਕਿਉਂ ਆਸੋ? ਉਹ ਮੇਰਾ ਭਾਈ ਹੈ ਨਾ ਲੰਦਨ ਵਿੱਚ, ਬੜਾ ਭਾਈ ਹੈ ਮੇਰਾ ਉੱਥੇ। ਅੱਛਾ ਅੱਛਾ, ਉਹ ਬੜੇ ਭਾਈ। ਹਾਂ ਉਹ ਦਫ਼ਤਰ ਅੱਛਾ 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 ਅੱਛਾ, ਠੀਕ ਉਹ ਹੈ ਆਫਿਸ ਠੀਕ ਹੈ। ਆਫਿਸ ਦੀ ਤਰਫੋਂ ਗਿਆ ਹੋਇਆ ਹੈ 2-3 ਮਹੀਨੇ ਲਈ, ਤੇ ਉਹ ਲੰਮਾ ਹੋ ਗਿਆ ਥੋੜਾ, ਹੁਣ 6-7 ਮਹੀਨੇ ਉੱਥੇ ਹੀ ਰਹੇਗਾ। ਤੇ ਉਹ ਕਹਿ ਰਿਹਾ ਸੀ ਕਿ ਆ ਤੇਰਾ ਚੱਕਰ ਲਗਾ ਜਾ। ਮੈਂ ਕਿਹਾ ਠੀਕ ਹੈ, ਆ ਜਾਂਦੇ ਆ। ਇਸ ਮਤਲਬ ਈਦੀਆਂ ਬਾਅਦ ਆਸੋ ਤੁਸਾਂ? ਹਾਂ ਈਦ करके इंशाल्लाह। ईद तो बाद हाँ चलो ठीक है ना, फिर तुसां इतला करो ना। तो फिर इधर अपना बर्मिंघम, मैनचेस्टर या एडनबरा, ग्लासगो वगैरह स्कॉटलैंड, ये कोई है सारा सिलसिला? हाँ जी, मेरे कुछ रिश्तेदार उत्थे रहंदे ने, उन्हां नूं मिलांगे इंशाल्लाह। एडनबरा, ग्लासगो? ਉਹ ਰਹਿੰਦੇ ਨੇ ਬਰਮਿੰਗਮ ਆਈ ਥਿੰਕ। वेरी गुड वेरी गुड। ਤੇ ਮੈਨਚੈਸਟਰ ਇਧਰ ਵੀ ਅੱਗੇ ਪਿੱਛੇ ਵੀ ਕਰੇ? हाँ जी, मैनचेस्टर भी है। ठीक है, बहरहाल चलो इंशाल्लाह तुसां दौरे ते निकलो ना, ते बहरहाल आने तो पहले ही ना तुसां तरतीब ते दित्ती हो सी ना। हाँ जी इंशाल्लाह इंशाल्लाह राब्ता करेंगे, जरूर इंशाल्लाह मुलाकात करेंगे। जेड़ी तारीख तुसां आन नहीं दसो ना ते वापस जान नहीं, इंशाल्लाह तुसां की अक्सर फोन मेरा बंद ही मिल सी। अच्छा चलो, मैनू भूख लगी तो मैं पप्पू मलिक नूं फोन करना पैना। बिस्मिल्लाह भाई, दस रात से कसर भाई होएगी। लेकिन एयरपोर्ट इसने घर ने कोल ही ने जिथे तुसां ले सो ना, ओ इस तो अच्छा। ज्यादा जल्दी दे। हां बस ठीक। साढ़े कोल ही करीब ही। तो अल्लाह खैर करे, मेरे वाल ज्यादा ते नहीं लेकिन फिर भी सिर मथे ते अल्लाह खैर करसी जी इंशाल्लाह। आओ तुसां, क्यों नहीं, इंशाल्लाह मुलाकात। तुसी भी अगर अमेरिका आओ ते मैं नहीं तलाक हो के ਉਹ ਨਾ ਹੋਣ ਵਾਲੀਆਂ ਗੱਲਾਂ ਜੀ, ਉਹ ਨਾ ਹੋਣ ਵਾਲੀ ਗੱਲ ਹੈ। ਪਰ ਤੁਸੀਂ ਇਧਰ ਆਣੇ ਜਿਓ ਪੇ ਕੁਦਰਤੀ। मतलब कि इमरान साहब को लगता है लम्बी सवारी है। उन्हें भी शौक है अमेरिका देखने दा, चक्कर लगाओ फिर। लेकिन पता नहीं जेन च ऐ वे कि दूर बहुत है, या कदे चेक ही नहीं किता टिकट शिकट। ਤੁਹਾਡੇ ਕੋਲ ਅਗਰ ਟਿਕਟ ਵੀ ਸਸਤੀ ਹੈ, ਇਤਨੀ ਮਹਿੰਗੀ ਨਹੀਂ ਹੈ, $500-600 ਦੀ ਹੋਏਗੀ ਜ਼ਿਆਦਾ ਤੋਂ ਜ਼ਿਆਦਾ ਬਸ। रिटर्न फिर तो जबरदस्त है ना यार। हाँ, रिटर्न इतनी दी है 500। फिर तो ठीक है। ਅਸਾਂ ਕੀ ਔਨ ਅਰਾਈਵਲ ਵੀਜ਼ਾ ਦੇਣੇ ਉਸਣ ਆਪਣਾ ਮਲਕ ਕਸਰ ਭਾਈ ਇਧਰ ਇੰਗਲੈਂਡ ਵਾਲਿਆਂ हाँ ਕੀ जी, ਯੂਰਪ? ऑन अराइवल। ਲੇਕਿਨ ਉਹ ਛਾਨ ਪਟਕ ਬੜੀ ਕਰਨੇ ਨੇ, ਉਹ ਤਾਂ ਕੱਪੜੇ ਵੀ ਲਵਾ ਕੇ ਨੇ ਅਮਰੀਕਾ ਦੇ। नहीं नहीं नहीं, ਐਵੇਂ ਗੱਲਾਂ ਹੀ ਨਹੀਂ ਕੁਝ। ਨਾ ਉਹ ਵਿਚਾਰਾ ਅਸਾਂ ਗਰੀਬ ਵਜ਼ੀਰ ਆਜ਼ਮ ਉਸਨੇ ਬੈਲਟ ਚਲਟ ਲਵਾ ਕੇ ਤਾਂ ਦੇ। नहीं नहीं नहीं, ਮੇਰੇ ਨਾਲ ਤਾਂ ਅੱਜ ਤੱਕ ਇਸ ਤਰ੍ਹਾਂ ਨਹੀਂ ਹੋਇਆ। ਨਾ ਤੁਸੀਂ ਉੱਥੇ ਨੇ ਸ਼ਹਿਰੀ ਹੋ ਨਾ? ਨਹੀਂ, ਜਦੋਂ ਮੇਰੇ ਕੋਲ ਗ੍ਰੀਨ ਕਾਰਡ ਸੀ, ਜਦੋਂ ਮੈਂ ਸ਼ਹਿਰੀ ਨਹੀਂ ਸੀ, ਤਾਂ ਵੀ ਇਸ ਤਰ੍ਹਾਂ ਨਹੀਂ ਹੋਇਆ ਕਦੀ। ਇਹ ਤੇ ਦੂਈ ਗੱਲ ਹੀ ਨਹੀਂ ਕਰਦੇ, ਵੈਲਕਮ ਟੂ ਅਮਰੀਕਾ, ਠੱਕ ਅੰਦਰ ਚਲੋ ਜਾਓ। ਹਾਂ, 2-3 ਦਫਾ ਅਗਰ ਉੱਤੇ ਥੱਲੇ ਜਾਓ ਆਓ ਤੇ ਫਿਰ ਪੁੱਛਣਗੇ ਹਾਂ ਵੀ ਕੀ ਮਸਲਾ ਹੈ ਤੇਰਾ, ਹਰ ਰੋਜ਼ ਹੀ ਆ ਜਾਣਾ ਹੈ। ਬਹਰਹਾਲ ਮੇਰੇ ਨਾਲ ਅੱਜ ਤੱਕ ਐਸਾ ਕੁਝ ਵੀ ਨਹੀਂ ਹੋਇਆ। ਇਹ ਜ਼ਿਆ ਰਸੂਲ ਭਾਈ ਨੂੰ ਵੀ ਮੈਂ ਕਿਹਾ ਕਿ ਤੁਸੀਂ ਵੀ ਨਿਕਲੋ ਬਾਹਰ। ਤੁਹਾਡੇ ਹੁਣ ਦੇਖੋ ਨਾ ਕਿੱਥੇ ਕਿੱਥੇ ਜਾਣ ਪਛਾਣ ਵਾਲੇ ਬੰਦੇ ਨੇ, ਤੇ ਗਰਮੀਆਂ ਦੀ ਛੁੱਟੀਆਂ ਮਨਾਓ ਤੁਸੀਂ ਵੀ। ਮੈਂ ਬਸ ਯਾਰ ਅਦਾਰੇ ਦਾ ਕੰਮ ਕਰ ਰਿਹਾ ਮੈਂ, ਇੱਕ ਵਾਰੀ ਇਹਦਾ ਥੋੜਾ ਜਿਹਾ ਕੰਮ ਸ਼ੁਰੂ ਹੋ ਜਾਏ ਫਿਰ ਵਿਜ਼ਿਟ ਕਰਾਂਗੇ। ਮੈਂ ਵੀ ਇਹਨਾਂ ਕੀ ਇੱਕ ਮਸ਼ਵਰਾ ਦਿੱਤਾ ਸੀ, ਲੇਕਿਨ ਇਹ ਹੈ ਕਿ ਉਹ ਕੋਈ ਨਹੀਂ, ਮੁਫਤੀ ਸਾਹਿਬ ਵੀ ਤੇ ਇਕੱਠੇ ਹੀ ਨਿਕਲਣ ਨਾ। ਹਾਂ, ਮਤਲਬ ਇੰਸ਼ਾਅੱਲਾ। ਇਹਨਾਂ ਨੇ ਜਿੱਥੇ ਜਾਣਾ ਅੱਗੇ ਇਹਨਾਂ ਨੂੰ ਗੱਡੀ ਡਰਾਈਵਰ ਮਿਲ ਜਾਣਾ, ਰਿਹਾਇਸ਼ ਮਿਲ ਜਾਣੀ ਹੈ, ਖਾਣਾ ਬਿਹਤਰੀਨ ਮਿਲਣਾ, ਹੋਰ ਕੀ ਚਾਹੀਦਾ। ਜਰਮਨੀ ਬੜਾ ਹੀ ਵੈਲਕਮ ਇਹਨਾਂ ਨਾਲ ਹੋਵੇ ਜਨਾਬ। ਅਸਾਂ ਕੋਲ ਵੀ ਇੱਥੇ ਇੰਗਲੈਂਡ ਵੀ ਕਸਰੇ ਖਿਲਾਫਤ ਇੱਥੇ ਮੌਜੂਦ ਹੈ। ਹਾਂ, ਜਰਮਨੀ ਇੱਥੇ ਵੀ ਜਨਾਬ ਜਰਮਨੀ ਦੇ ਖਾਸ ਇਸਤਕਬਾਲ ਹੋਏਗਾ।
ਯਾਰ ਰਸੂਲ ਭਾਈ ਤੁਹਾਡੀ ਵੈਸੇ ਸ਼ਾਦੀ ਹੋਈ ਹੈ ਕਿ ਅਜੇ ਨਹੀਂ ਹੋਈ? वही है। ਅੱਛਾ ਮਾਸ਼ਾਅੱਲਾ। ਤੁਹਾਨੂੰ ਨਹੀਂ ਪਤਾ? ਨਹੀਂ ਮੈਨੂੰ ਨਹੀਂ ਪਤਾ। ਅਸੀਂ ਪਾਕਿਸਤਾਨੀ ਦੁਨੀਆ ਤੇ ਕਾਦੀਆਨੀ ਕੁੜੀਆਂ ਸ਼ਾਦੀ ਮੁਸਲਮਾਨ ਜ਼ਰੂਰ ਕਰਦੇ ਨੇ ਸ਼ਾਦੀ। ਇਹ ਆਪਣਾ ਅੱਛਾ ਮਤਲਬ ਕੈਸਰ ਭਾਈ ਮੇਰੀ ਵੀ ਹੋਈ ਹੈ। ਤੁਹਾਡੀ ਤਾਂ ਲੱਗ ਰਿਹਾ ਨਾ ਕਿ ਤੁਹਾਡੀ ਤੇ ਹੋਈ ਹੋਣੀ ਹੈ। ਕਾਦੀਆਨੀਆਂ ਦੀ ਕੁੜੀ ਨੂੰ ਮੁਸਲਮਾਨ ਕਰਕੇ ਉਹਦੇ ਨਾਲ ਸ਼ਾਦੀ ਕੀਤੀ। ਅੱਛਾ ਮਾਸ਼ਾਅੱਲਾ ਜ਼ਬਰਦਸਤ। ਮੈਂ ਵੀ ਅਲਹਮਦੁਲਿਲਾ ਕੀਤਾ ਹੈ। ਪੂਰੀ ਫੈਮਿਲੀ ਵੀ ਮੁਸਲਮਾਨ ਕਰ ਲਈ ਉਹਨੇ। ਮੈਂ ਅਲਹਮਦੁਲਿਲਾ ਇੱਕ ਔਰਤ ਨੂੰ ਜਿਹੜਾ ਹੈ ਨਾ ਕੀਤਾ ਹੈ ਮੁਸਲਮਾਨ। ਅਮਰੀਕਾ ਦੇ ਵਿੱਚ ਕਾਦੀਆਨੀ ਆ ਤੂੰ ਮੁਸਲਮਾਨ ਕੀਤਾ ਹੈ, ਫਿਰ ਉਸਦੀ ਭੈਣ ਨੂੰ ਵੀ ਕਰ ਦਿੱਤਾ ਹੈ। ਲੇਕਿਨ ਸ਼ਾਦੀ ਉਹਨਾਂ ਤਾਂ ਇੱਕੋ ਨਾਲ ਹੀ ਹੋ ਸਕਦੀ ਹੈ। ਦੋਨੋਂ ਆਪਣੀ ਸ਼ਾਦੀ ਅੱਛਾ ਉਹ ਬੜੀ ਦਿਲਚਸਪ ਸਟੋਰੀ ਹੈ। ਉਹਨਾਂ ਨੂੰ ਮੁਸਲਮਾਨ ਕੀਤਾ ਦੁਬਾਰਾ ਤੇ ਹੁਣ ਮਸਲਾ ਪੈ ਗਿਆ ਕਿ ਉਹ ਕਹਿੰਦੀ ਮੇਰਾ ਮੀਆਂ ਤਾਂ ਕਦੇ ਵੀ ਨਹੀਂ ਹੋਏਗਾ। ਤੇ ਉਸਨੇ ਖੁਦ ਵੀ ਆਪਣੇ ਬਾਰੇ 'ਚ ਇਹੀ ਕਿਹਾ ਕਿ ਮੈਂ ਮੁਸਲਮਾਨ ਹਾਂ, ਮੈਂ ਮੁਸਲਮਾਨ ਹੋ ਗਈ। ਮੈਂ ਮਿਰਜ਼ੇ ਕਾਦੀਆਨੀ ਨੂੰ ਬਿਲਕੁਲ ਵੀ ਕਿਸੇ ਕਿਸਮ ਦਾ ਉਸਦੇ ਦਾਅਵੇ ਵਿੱਚ ਸੱਚਾ ਨਹੀਂ ਮੰਨਦੀ। ਮੈਂ ਉਸਨੂੰ ਝੂਠਾ ਮੰਨਦੀ ਹਾਂ। ਕੋਈ ਉਸਦਾ ਦਾਅਵਾ ਸੱਚਾ ਨਹੀਂ ਹੈ ਕਿਸੇ ਕਿਸਮ ਦਾ ਵੀ। ਠੀਕ ਹੋ ਗਿਆ। ਹੁਣ ਮੁਸਲਮਾਨ ਹੋ ਗਈ ਤੇ ਮੈਂ ਆਮਿਰ ਨਜ਼ੀਰ ਭਾਈ ਕੋਲੋਂ ਪੁੱਛਿਆ ਕਿ ਉਸਦਾ ਕਹਿਣਾ ਇਹ ਹੈ ਕਿ ਮੈਂ ਮੁਸਲਮਾਨ ਹਾਂ, ਬਿਲਕੁਲ ਹੋ ਗਈ, ਲੇਕਿਨ ਮੈਂ ਜਮਾਤ ਨੂੰ ਨਹੀਂ ਛੱਡਾਂਗੀ, ਨਾ ਮੈਂ ਛੋੜ ਸਕਦੀ ਹਾਂ। ਨਜ਼ੂਲੇ ਈਸਾ ਦੀ ਕਾਇਲ ਹੋ ਗਈ, ਕਲਮਾ ਪੜ੍ਹ ਉਹ ਲਿੱਤਾ। ਸਾਰੇ ਫਰਾਡ ਹੁੰਦੇ ਆ ਜੀ। ਇਹ ਬਾਅਦ ਦੇ ਵਿੱਚੋਂ ਇਹ ਇੰਜ ਕਰਕੇ ਤਾਂ ਮੁਸਲਮਾਨਾਂ ਨੂੰ ਵਰਗਲਾਉਂਦੀਆਂ। ਲੇਕਿਨ ਇਹ ਦੇਖ ਲਓ ਕਿ ਉਹ ਆਲਰੇਡੀ ਸ਼ਾਦੀशुदा ਹੈ, ਉਸਦੇ 2 ਬੱਚੇ ਵੀ ਹੈ ਨੇ। ਤੇ ਉਹ ਕਹਿੰਦੀ ਹੈ ਜਮਾਤ ਨਹੀਂ ਮੈਂ ਛੋੜ ਸਕਦੀ ਕਿਉਂਕਿ ਮੇਰੇ ਬੱਚਿਆਂ ਦੀ ਸ਼ਾਦੀ, ਮੇਰੀ ਰਿਸ਼ਤੇਦਾਰੀਆਂ, ਇਹ ਸਭ ਕੁਝ ਖਤਮ ਹੋ ਜਾਏਗਾ। ਤੇ ਮੈਂ ਜਮਾਤ ਇਸ ਲਈ ਨਹੀਂ ਛੱਡਾਂਗੀ, ਮੈਂ ਪੈਸੇ ਨਹੀਂ ਦਿਆਂਗੀ ਉਹਨਾਂ ਨੂੰ, ਬਿਲਕੁਲ ਵੀ। ਇਹ ਮੇਰਾ ਵਾਅਦਾ ਰਿਹਾ ਅੱਲਾ ਦੇ ਹਜ਼ੂਰ, ਤੁਹਾਡੇ ਨਾਲ ਮੇਰਾ ਵਾਅਦਾ ਰਿਹਾ। ਤੇ ਲੇਕਿਨ ਮੈਂ ਜਿਹੜਾ ਨਾ ਇਸ ਤਰ੍ਹਾਂ ਉਹ ਛੋੜ ਨਹੀਂ ਸਕਦੀ, ਇਹ ਕਲਚਰ ਨਹੀਂ ਛੋੜ ਸਕਦੀ। ਚਲੋ ਹੋਵੇ ਜੀ। ਆਮਿਰ ਨਜ਼ੀਰ ਭਾਈ ਨਾਲ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਠੀਕ ਹੈ, ਕਲਚਰ ਵਾਕਈ ਛੋੜਨਾ ਬੜਾ ਹੀ ਮੁਸ਼ਕਲ ਕੰਮ ਹੈ ਇਹਨਾਂ ਲਈ। ਇਹ ਬਹੁਤ ਤਰ੍ਹਾਂ ਵਿੱਚ ਇਨਵੋਲਵ ਹੋ ਗਏ ਨਾ ਉਸ ਕਲਚਰ ਦੇ ਵਿੱਚ। ਅੱਛਾ ਜੀ, ਇਹ ਮੇਰੀ ਇੱਕ ਨਾ ਪੋਸਟ ਸਾਹਮਣੇ ਆ ਚਲੋ ਗਈ ਹੈ। ਜ਼ਾਹਿਰ ਇਹ ਮੈਂ ਜ਼ਰਾ ਤੁਹਾਨੂੰ ਵੀ ਦੱਸ ਦਿਆਂ ਇਹਦੇ ਬਾਰੇ, ਕਿਤੇ ਕੋਈ ਕਾਦੀਆਨੀ ਦਜਲ ਕਰਦੇ ਆ ਤੁਹਾਨੂੰ ਪਤਾ ਹੋਏ। ਹਾਫਿਜ਼ ਇਬਨ ਕਯੂਮ ਰਹਿਮਤੁल्लाह ਅਲੈਹ ਜਿਹੜੇ ਨੇ, ਉਹਨਾਂ ਕੋਈ ਉਹ ਮੁਸਲਮਾਨਾਂ ਦੇ ਕਾਬਰੀਨ ਚੋਂ ਨੇ ਤੇ ਕੋਈ 6-7 ਸਦੀਆਂ ਪਹਿਲੇ ਗੁਜ਼ਰੇ। ਤੇ ਉਹਨਾਂ ਦੇ ਬਾਰੇ ਉਹਨਾਂ ਦੀ ਇੱਕ ਇਬਾਰਤ ਮਰਜ਼ਈ ਪੇਸ਼ ਕਰਕੇ ਕਹਿੰਦੇ ਆ ਕਿ ਉਹ ਹਜ਼ਰਤ ਈਸਾ अलैहिस्सलातु वस्सलाम ਦੀ ਵਫਾਤ ਦੇ ਕਾਇਲ ਸੀ। पहली बात तो ये है कि ये मिर्ज़ा ग़ुलाम अहमद कादियानी के मैं 2-3 हवाले आपको देता हूँ। पहली बात तो जो कायदे और कानून की ये है कि हज़रत ईसा अलैहिस्सलातु वस्सलाम की हयात व वफ़ात का जो मसला है उसकी दलील कुरान और हदीस से ली जाएगी, ना कि उसके बाद किसी भी और शख्स से, कोई कितना बड़ा आलिम दीन हो, कोई मुफस्सर हो, कोई मुहद्दिस, कोई भी हो। कुरान हदीस से अगर दलील मिलती है तो उसी को पकड़ा जाएगा, उसके अलावा किसी की बात नहीं मानी जाएगी, उस पर कोई अकीदा नहीं बनाया जा सकता। ये कायदा कानून कुलिया ये है। फिर दूसरी बात ये है कि मिर्ज़ा कादियानी खुद लिखता है, ये इसका हवाला नोट कर लें, रूहानी ख़ज़ाइन की जिल्द 3 है, सफ़ा नंबर 389 है, 389 389। एक मिनट, 389 रूहानी ख़ज़ाइन जिल्द 3 सफ़ा 389। इसमें वो लिखता है कि अक़वाल सल्फ़ दर हकीकत कोई मुस्तकिल हुज्जत नहीं, और बिल्कुल यही असल असूल भी यही है कि हुज्जत सिर्फ़ कुरान हदीस है, उसके बाद किसी भी बुज़ुर्ग की बात
جو قرآن حدیث کے مطابق ہوگی لی جائے گی، جو مخالف ہوگی اس کو رد کیا جائے گا۔ ایون کہ صحابہ کرام کا قول بھی نبی پاک کے قول کے خلاف آ جائے تو وہاں پہ صحابہ کرام کا قول رد کیا جائے گا اور نبی پاک صلی اللہ علیہ وسلم کا قول لیا جائے گا۔ یہ اصول ہے۔ اچھا، اب آگے دیکھیں کہ یہ قادیانی کہتے ہیں کہ یہ حافظ ابن قیم رحمۃ اللہ علیہ جو تھے وہ حضرت عیسیٰ علیہ الصلوۃ والسلام کی وفات کے قائل تھے، جبکہ مرزا قادیانی کہتا ہے کہ یہ جو حضرت عیسیٰ علیہ الصلوۃ والسلام کی وفات کا معاملہ ہے یہ تو ہمیشہ 13 صدیوں تک چھپا رہا، اس کو اللہ تعالیٰ نے ظاہر نہیں ہونے دیا اور اس کو میرے وقت میں مجھ پر ظاہر کیا۔ اب جب اللہ تعالیٰ نے اس کو مخفی رکھا تھا پہلے 13 صدیوں تک کی، تو پھر ان کو کیسے پتہ چل گیا حافظ ابن قیم رحمۃ اللہ علیہ کو؟ تو یا تو مرزا قادیانی کی بات غلط ہے، تو یا پھر یہ جو ان پر الزام لگاتے ہیں حافظ ابن قیم رحمۃ اللہ علیہ وہ غلط ہے۔ جب یہ معاملہ اللہ تعالیٰ نے خفیہ رکھا تو اللہ تعالیٰ کا خفیہ رکھا ہوا کیسے کسی پر اشکار ہو سکتا ہے؟ سوال ہی پیدا نہیں ہوتا۔ یہ مرزا قادیانی کا حوالہ دوسرا ہے جی، روحانی خزائن کی جلد 5 صفحہ نمبر 426۔ اس میں مرزا قادیانی لکھتا ہے، یا اخوان ھذا الامر الذی اخفاہ اللہ من اعین القرون الاولی، کہ اے بھائیو یہ معاملہ، یہاں پہ وہ پیچھے حضرت عیسیٰ علیہ السلام کی بحث کر رہا ہے اور پھر آگے لکھتا ہے کہ اے بھائیو یہ معاملہ جو ہے اس کو اللہ تعالیٰ نے قرون اولیٰ کے لوگوں کی نظروں سے مخفی رکھا، یعنی قرون اولیٰ میں اس کو لوگوں کی نظروں سے اس معاملے کو اوجھل رکھا اللہ تعالیٰ نے۔ وَجَلَا تَفَاصِيلَهُ فِي وَقْتِنَا، تو اس کی جو تفاصیل تھیں، یعنی حضرت عیسیٰ علیہ الصلوۃ والسلام کی وفات کی جو تفصیلات تھیں وہ میرے وقت میں اللہ تعالیٰ نے ان کو ظاہر کیا۔ وَجَلَا تَفَاصِيلَهُ فِي وَقْتِنَا هَذَا يَخْفِي مَا يَشَاءُ وَيُبْدِي، کہ وہ جو چاہتا ہے اس کو مخفی رکھتا ہے اور جو چاہتا ہے اس کو ظاہر کرتا ہے۔ یہ ہے روحانی خزائن جلد 5 صفحہ نمبر 426۔ اب یہاں بھی مرزا کہتا ہے کہ یہ حضرت عیسیٰ علیہ الصلوۃ والسلام کی موت کا جو راز ہے اس کو اللہ تعالیٰ نے خفیہ رکھا، پہلے جو قرون اولیٰ تھے اس کے زمانے کی لوگوں کی نظروں سے اوجھل رکھا اس کو، اور اس کی تفاصیل میرے وقت میں ظاہر کی گئیں، اور وہ جو چیز چاہتا ہے چھپاتا ہے، جو چاہتا ہے ظاہر کرتا ہے۔ یہ مرزا قادیانی لکھ رہا ہے۔ پھر آگے مرزا قادیانی اسی طرح روحانی خزائن کی جلد 5 ہے اور اس کا صفحہ نمبر، اسی کتاب کے صفحہ نمبر 552 اور 553 پہ، یہ 52 سے عبارت شروع ہوتی ہے 53 تک جاتی ہے۔ اس میں مرزا قادیانی لکھتا ہے، یہ 53 صفحے پہ آپ جائیں گے پیچھے ہے، اور 53 صفحے پہ یہ لکھا ہوا ہے، وَبَقِي هَذَا الْخَبْرُ مَكْتُوبًا مَسْطُورًا كَالْحَبِّ فِي السُّنبُلَةِ قَرْنًا بَعْدَ قَرْنٍ حَتَّى جَاءَ زَمَانُنَا۔ تو وہ کہتا ہے کہ یہ جو حضرت عیسیٰ علیہ الصلوۃ والسلام کی وفات کی خبر تھی اس کو اللہ تعالیٰ نے مکتوباً مستوراً کالحب فی السنبلۃ قرناً بعد قرن، اس کو اللہ تعالیٰ نے کئی صدیوں تک اس طرح خفیہ اور چھپا کے رکھا جس طرح کے دانہ خوشے کے اندر چھپا ہوا ہوتا ہے، یعنی وہ دانہ جو ہوتا ہے نا وہ خوشے کے اندر جس طرح بند ہوتا ہے، اندر دانہ ہوتا ہے باہر سے وہ بند ہوتا ہے، جب تک اس کو توڑا نہ جائے تو وہ دانہ باہر نہیں نکلتا۔ اسی طریقے سے وہ کہہ رہا ہے کہ یہ اس خبر کو اللہ تعالیٰ نے کئی صدیوں تک قرنن بعد قرن، زمانہ کے بعد زمانے، کئی زمانوں تک اللہ تعالیٰ نے اس کو اس طرح سے مخفی رکھا ہے جیسے دانہ کسی خوشے میں چھپا ہوتا ہے، حتیٰ جاء زماننا، جہاں تک کہ ہمارا زمانہ آ گیا، یعنی کہ اس کو اللہ تعالیٰ نے ہمارے زمانے میں آ کے ظاہر کیا، پہلے اس کو خفیہ رکھا۔ پھر آگے جو ہے وہ تھوڑا سا آگے جا کے یہ لکھتا ہے، فَكَشَفَ اللَّهُ الْحَقِيقَةُ عَلَيْنَا لِتَكُونَ النَّارَ بَرْدًا وَسَلَامًا، پس اللہ تعالیٰ نے یہ حقیقت ہم پر کھولی، یعنی حضرت عیسیٰ علیہ الصلوۃ والسلام کی حقیقت ہم پر کھولی تاکہ آگ سلامتی والی اور ٹھنڈی ہو جائے۔ اچھا، اب ایک ملفوظات میں ایک بات لکھی ہوئی ہے، ملفوظات کے صفحہ نمبر 579 پہ، اور جلد اس کی 5 ہے، جو 5 جلد والا جو ایڈیشن ہے
اس کے صفحہ نمبر 579 ہے، اور یہ ملفوظات ہے جلد 5 اس کی بنتی ہے، اور یہ مرزا قادیانی کی زندگی کے آخری مرنے سے کوئی مہینہ 1.5 مہینے پہلے کی بات ہے۔ تو مرزا اس میں لکھتا ہے کہ ایک دفعہ ہم دلی گئے، ہم نے وہاں کے لوگوں کو کہا کہ تم نے 1300 برس سے یہ نسخہ استعمال کیا ہے کہ حضرت صلی اللہ علیہ وسلم کو مدفون اور حضرت عیسیٰ علیہ السلام کو آسمان پر زندہ بٹھایا۔ اب ہم دوسرا نسخہ ہم بتاتے ہیں کہ حضرت عیسیٰ علیہ السلام کو فوت شدہ مان لو۔ اب دیکھیں مرزا قادیانی کہتا ہے کہ 1300 برس تک تم نے یہ نسخہ استعمال کیا کہ حضرت عیسیٰ علیہ السلام زندہ ہیں، یعنی وہ اقرار کر رہا ہے کہ 1300 برس تک ہی مسلمان اسی عقیدے پر رہے کہ حضرت عیسیٰ علیہ السلام زندہ ہیں۔ تو پھر کیسے وہ 600 برس پہلے گزرے بزرگ کے بارے میں مرزا قادیانی یا مرزائی کہہ سکتے ہیں؟ یہ مرزائیوں کا شوشہ ہے، مرزا قادیانی نے نہیں لکھا۔ تو کیسے مرزائی کہہ سکتے ہیں کہ بھئی وہ حضرت عیسیٰ علیہ السلام کی وفات کے قائل تھے؟ مرزا تو کہتا ہے 1300 برس تک آپ ان کو زندہ مانتے رہے ہو سارے مسلمان، اور اب میں دوسرا نسخہ دیتا ہوں، یعنی اب میں آپ کو دوسرا نسخہ دیتا ہوں کہ ان کو فوت شدہ مان لو، اور یہی اس کی عربی عبارات میں بھی بات ثابت ہوتی ہے کہ وہ 1300 برس تک اللہ تعالیٰ نے مغفی رکھا اور مجھ پر کھولی یہ بات۔ تو پھر کیسے 600 برس پہلے گزرے بزرگ کو ان کی وفات کا علم ہو سکتا ہے اگر وہ فوت ہو گئے ہوتے تو؟ آگے مرزا بشیر الدین محمود کا ایک حوالہ ہے انوار العلوم جلد 2 صفحہ نمبر 436 پہ۔ اس پہ وہ لکھتا ہے کہ پچھلی صدیوں میں قریباً سب دنیا کے مسلمانوں میں مسیح علیہ السلام کے زندہ ہونے پر ایمان رکھا جاتا تھا، اور بڑے بڑے بزرگ اسی عقیدہ پر فوت ہوئے، اور نہیں کہہ سکتے کہ وہ مشرک فوت ہوئے، گو اس میں کوئی شک نہیں کہ یہ مشرکانہ عقیدہ ہے۔ حتیٰ کہ حضرت مسیح موتر باوجود مسیح موتر کا خطاب پانے کے 10 سال تک یہی خیال کرتے رہے کہ مسیح آسمان پر زندہ ہے، یعنی مرزا خود بھی اپنی زندگی کے 53 سال تک حضرت عیسیٰ علیہ السلام کو زندہ آسمان پہ مانتا تھا۔ اسی طرح وہ خود بھی کہتا ہے کہ 1300 برس تک مسلمان اسی عقیدے پر تھے کہ حضرت عیسیٰ علیہ السلام زندہ ہیں۔ اس کا بیٹا جو بڑا بیٹا وہ کہتا ہے کہ پچھلی صدیوں میں سب دنیا کے مسلمانوں میں حضرت عیسیٰ علیہ السلام کے زندہ ہونے پر ایمان رکھا جاتا تھا، اور بڑے بڑے بزرگ اسی عقیدے پر فوت ہوئے ہیں۔ تو جب یہ دونوں طرف باپ بیٹا یہ کہہ رہے ہیں کہ 1300 برس تک ساری دنیا کے مسلمان بشمول مرزا قادیانی وہ حضرت عیسیٰ علیہ السلام کی حیات کے قائل تھے، تو پھر یہ امر بھی اللہ نے مخفی رکھا، تو 600 برس پہلے گزرے بزرگ کیسے کہہ سکتے ہیں کہ حضرت عیسیٰ علیہ السلام فوت ہو گئے؟ اب چلتے ہیں جی اس عبارت کی طرف جس سے قادیانی دھوکہ دے کر حافظ ابن قیم رحمۃ اللہ علیہ پر یہ الزام لگاتے ہیں کہ وہ حضرت عیسیٰ علیہ السلام کی وفات کے قائل تھے۔ یہ مدارج السالکین ان کی کتاب ہے، اس میں یہ بات لکھی ہوئی ہے۔ اب اس میں سے یہ ان کی جو عبارت ہے اس کو وہ مکمل نہیں پیش کرتے۔ یہ قادیانیوں کا سب سے بڑا دجل یہ ہے کہ جب بھی یہ آپ کے سامنے یہ 100% اتھینٹک اور ہماری تجربہ شدہ بات ہے کہ قادیانی جب بھی آپ کے سامنے کوئی بات پیش کرے کہ حدیث میں یہ بات آئی ہے، فلاں بزرگ نے یہ لکھا ہے، فلاں کتاب میں یہ لکھا ہوا ہے، قطعاً اس کی بات کا یقین نہ کریں، اس میں بالکل کوئی نہ کوئی جھوٹ ضرور ہوگا۔ اس کو چیک کریں، خود جا کے چیک کریں، اسے حوالہ لیں، پوری عبارت بھی پڑھیں اور خود جا کے اس کی تسلی کریں، پھر ان سے بات کریں۔ آپ کو لازمی کوئی نہ کوئی ایسا جھوٹ وہاں سے ملے گا کہ جس سے ان لوگوں نے جس کو چھپا کر یا ٹویسٹ کر کے یا رد و بدل کر کے یا تحریف کر کے تو غلط مطلب نکال کے آپ کو بیوقوف بنانے کی کوشش کرتے ہیں۔ اب اس عبارت میں سے وہ حافظ ابن قیم رحمۃ اللہ علیہ کی آدھی سے بھی آدھی بات پیش کر کے صرف 3-4 الفاظ پیش کر کے دھوکہ دیتے ہیں۔ وہ الفاظ کیا ہیں؟ وہ الفاظ ہیں لو کان موسیٰ و عیسیٰ حیین لکان من اتبعہ، کہ اگر موسیٰ علیہ السلام اور عیسیٰ علیہ السلام زندہ ہوتے تو حضرت صلی اللہ علیہ وسلم کی پیروی کرتے۔ اچھا، یہ جو بات ہے یہ اصل میں مختلف کتب میں یہ روایت آئی ہے، اور اس کی اصل جو روایت ہے اور بہت ساری کتب میں یہ جن اسناد کے ساتھ آئی ہے وہ اسناد بھی ضعیف ہیں۔ جہاں پہ یہ صحیح سند کے ساتھ آئی ہے وہ واقعہ میں آپ کو بتاتا ہوں، ابھی وہ اصل واقعہ ہے کیا۔ اور اسی جو ہے نا حدیث شریف جو ہے اس کی بنا پر کچھ لوگوں نے اپنی کتب میں اس بات کو لکھا ہے لو کان موسیٰ حیٌ، تو کہیں کتابت کی غلطی سے 1-2 جگہوں پہ اس کو موسیٰ و عیسیٰ بھی لکھا گیا ہے،
اور جن جن لوگوں نے موسیٰ و عیسیٰ لکھا ہے انہی لوگوں نے حضرت عیسیٰ علیہ السلام کے دوبارہ نزول کا بھی ذکر کیا ہے، ان کے زندہ ہونے کا بھی ذکر کیا ہے انہی کتابوں میں، جہاں جہاں ان سے یہ غلطی ہے۔ 2 یا 3 کتابوں میں یہ غلطی ہوئی ہے، وہ کتابت کی غلطی ہے یا لکھنے والے سے لکھنے میں صاحب ہوا ہے، جو بھی ہے، اور وہ سندن بھی درست نہیں ہے بات۔ تو انہی بزرگوں نے جنہوں نے صاحب کتابت سے یا ان سے خود صاحب ہوا تو انہوں نے یہ بات لکھی موسیٰ و عیسیٰ، موسیٰ علیہ السلام کے ساتھ عیسیٰ علیہ السلام کا لفظ بھی لکھ دیا، تو انہی بزرگوں نے اپنی انہی کتابوں میں حضرت عیسیٰ علیہ السلام کے زندہ ہونے کا بھی بیان فرمایا ہے اور ان کے دوبارہ نزول کا بھی ذکر فرمایا ہے، جو اس بات کا ثبوت ہے کہ یہاں ان سے یا ان سے غلطی ہوئی ہے یا کتابت کی غلطی ہے، کیونکہ جو اصل یہ روایت ہے جو حدیث شریف ہے نبی پاک صلی اللہ علیہ وسلم کی، اس میں بات صرف موسیٰ علیہ السلام کی ہو رہی ہے۔ تو جس نے بھی وہاں سے نقل کر کے اپنی کتب میں لکھا ہے اور صاحب کتابت سے کچھ لکھ دیا تو اس سے حدیث رسول رد نہیں ہوگی۔ واقعہ یہ ہے کہ حضرت عمر فاروق رضی اللہ تعالیٰ عنہ کو کہیں سے تورات کے کچھ اوراق ملے تو وہ ان کو لے کے آپ صلی اللہ علیہ وسلم کے پاس آئے، اور حضرت ابوبکر صدیق رضی اللہ تعالیٰ عنہ جو تھے وہ بھی وہاں پہ تشریف فرما تھے، تو انہوں نے جو ہے وہ آپ صلی اللہ علیہ وسلم سے ذکر کیا کہ مجھے یہ نا تورات کے کچھ اوراق کہیں سے ملے ہیں۔ تو ابھی نبی پاک صلی اللہ علیہ وسلم نے جو ہے وہ اس پہ کوئی بھی رد عمل نہیں ظاہر فرمایا کہ کہاں سے ملے ہیں، نہ کچھ پوچھا، نہ کوئی پڑھنے کا کہا، نہ کوئی پڑھنے سے منع کیا۔ تو آپ صلی اللہ علیہ وسلم کا رد عمل ظاہر ہونے سے پہلے ہی حضرت عمر فاروق رضی اللہ تعالیٰ عنہ نے ان ورقوں کو، ان اوراق پہ جو لکھا تھا ان کی تلاوت کرنا شروع کر دی۔ تو یہ بات نبی پاک صلی اللہ علیہ وسلم کو جو ہے وہ ناگوار گزری، تو ساتھ ہی حضرت ابوبکر صدیق رضی اللہ تعالیٰ عنہ بیٹھے ہوئے تھے، تو انہوں نے جب نبی پاک صلی اللہ علیہ وسلم کے چہرے مبارک کو تاثر کو دیکھا کہ وہ سمجھ گئے کہ نبی پاک جو ہے وہ اس بات کو ٹھیک نہیں سمجھ رہے کہ اب جو ہے وہ کوئی تورات کی تلاوت کرے، کیونکہ اللہ کا کلام قرآن پاک آخری شریعت کی شکل میں نازل ہو چکا ہے، اب تورات کی کوئی گنجائش نہیں ہے، وہ کتابیں پہلے کی جو ہیں وہ منسوخ ہو چکی ہیں۔ اب جو ہے جب انہوں نے نبی پاک صلی اللہ علیہ وسلم کے چہرے کے تاثر کو دیکھا تو حضرت عمر فاروق رضی اللہ تعالیٰ کو فوراً روک لیا انہوں نے، اور وہ فرماتے ہیں رضیت باللہ ربا وبالاسلام دین و محمد نبیہ، کہ راضی ہو جاؤ اللہ پر بطور اپنے رب کے، اور اسلام پر بطور اپنے دین پہ، اور محمد پر بطور نبی کے راضی ہو جاؤ۔ تو یعنی کہ اب جو ہے اللہ پہ راضی رہو، اسلام پہ راضی رہو، اور محمد صلی اللہ علیہ وسلم پہ اور ان کی نبوت پہ راضی رہو، ان کی شریعت پہ راضی رہو، اب جو ہے گنجائش نہیں ہے کہ آپ تورات کی تلاوت کریں۔ تو اس پر نبی پاک صلی اللہ علیہ وسلم نے حضرت عمر فاروق رضی اللہ تعالیٰ عنہ کو فرمایا لو کان موسیٰ حج لما وسعہ الا اتباعی، کہ اگر موسیٰ علیہ السلام بھی آج زندہ ہوتے تو میری اتباع کے سوا ان کے پاس بھی کوئی چارہ نہ ہوتا۔ یہ جو ہے وہ مشکات شریف میں بھی ہے یہ روایت، اور بیکی میں بھی ہے، اور مسند احمد میں بھی ہے۔ تو یہ اصل میں وہ روایت ہے جس کو پھر لے کے تو بعض بزرگوں نے اپنی کتب میں اس بات کو لکھا، کہیں بھی کوئی بھی بحث اس سے ریلیٹڈ ہو رہی تھی تو انہوں نے اس بات کو کا ذکر وہاں پہ کیا، اور جن میں سے کوئی درجنوں میں سے 2 یا 3 نسخوں میں یہ غلطی سے یہ لکھا گیا ہے موسیٰ و عیسیٰ حجین لکھا گیا ہے، جبکہ اصل روایت میں صرف موسیٰ علیہ السلام کی بات ہے۔ اب چلتے ہیں کہ یہ جو حافظ ابن قیم کی، جیسا کہ میں نے بتایا کہ یہ جن بزرگوں سے یہ غلطی ہوئی ہے، کتابت کی غلطی تھی یا ان سے خود صاحب ہو گیا ہے، وہی حضرت عیسیٰ علیہ السلام کی حجات کے قائل ہیں۔ اور حافظ ابن قیم رحمۃ اللہ علیہ کی جو عبارت ہے اس سے یہ لگتا ہے کہ انہوں نے یہ غلطی سے نہیں لکھا، بلکہ ان کا یہ بات کرنے کا مقصد ہی کچھ اور تھا۔ وہ ان کا موسیٰ و عیسیٰ حیین فرمانے کا مقصد یہ تھا کہ وہ زمین پر موجود نہیں ہے۔ وہ ان کی عبارت میں آپ کو سناتا ہوں وہ کیا ہے، جس کے یہ صرف 2-3 الفاظ پیش کر کے باقی ساری عبارت کھا جاتے ہیں اور دھوکہ دیتے ہیں۔ وہ ہے جی کہ وَمُحَمَّدُ صلی اللہ علیہ وسلم مبعوث الی جمیع الثقلین فرسالتہ عامۃ، کہ نبی پاک صلی اللہ علیہ وسلم کو جو ہے وہ تمام انسانوں کی طرف مبعوث فرمایا گیا، فرسالتہ عامۃ الجمیع الجن والانس، اور ان کی رسالت جو ہے وہ جمیع جن و انس کے لیے ہے، فی کل زمان، اور ہر زمانے کے لیے ہے۔
وَلَوْ كَانَ موسیٰ و عیسیٰ حَيَّيْن، اور اگر موسیٰ اور عیسیٰ علیہ السلام زمین پر ہوتے، لَكَانَ مَنِ اتَّبَعَهُ، تو ان کے پاس بھی حضرت محمد صلی اللہ علیہ وسلم کی اتباع کے علاوہ کوئی چارہ نہ ہوتا، وہ بھی نبی پاک صلی اللہ علیہ وسلم کی اتباع فرماتے۔ یہاں ان کا مراد کہ وہ زمین پر موجود نہیں ہے کہ حضرت موسیٰ علیہ السلام، تو ان کی عبارت سے یہ لگتا ہے کیونکہ موسیٰ عیسیٰ یہ لکان من اتبعہ کہ اگلے الفاظ یہ ہیں وَإِذَا أَنزَلَ عِیسیٰ ابْنُ مَرْیَمَ فَإِنَّمَا يَحْكُمُ بِالشَّرِیعَةِ محمد صلی اللہ علیہ وسلم۔ اگلے ہی الفاظ یہ ہیں کہ جب عیسیٰ ابن مریم نازل ہوں گے تو وہ بھی شریعت محمدیہ کی ہی پیروی کریں گے۔ اب اگر ان کا یہاں سے مراد یہ ہوتا کہ حضرت عیسیٰ علیہ السلام زندہ ہی نہیں ہے، فوت ہو گئے ہیں، تو ساتھ ہی وہ یہ کیوں فرماتے کہ جب وہ نازل ہوں گے تو نبی پاک صلی اللہ علیہ وسلم کی شریعت پہ عمل پیرا ہوں گے؟ تو یہاں سے لگتا ہے کہ ان کا موسیٰ و عیسیٰ حیین فرمانے کا مطلب یہ تھا کہ وہ زمین پر موجود نہیں ہے، کہ لو کان موسیٰ و عیسیٰ حیین، یعنی کہ اگر موسیٰ اور عیسیٰ علیہ السلام زمین پر ہوتے تو وہ بھی نبی پاک صلی اللہ علیہ وسلم کی اتباع کرتے۔ یہاں سے ان کی مراد یہ نہیں ہے کہ وہ فوت ہو گئے ہیں یا وہ زندہ نہیں ہے، ان سے مراد زمین پر ہونا ہے۔ لیکن اگر آپ اس کو نہ بھی مانیں تو یہ پھر صریحاً کتابت کی غلطی ہے، کیونکہ ساتھ ہی تو وہ یہ فرما رہے ہیں لو کان موسیٰ و عیسیٰ حیین لکان من اتبعہ وَإِذَا أَنزَلَ عِیسیٰ ابْنُ مَرْیَمَ فَإِنَّمَا يَحْكُمُ بِشَرِیعَةِ محمد صلی اللہ علیہ وسلم۔ ساتھ ہی وہ یہ کہہ رہے ہیں کہ جب عیسیٰ ابن مریم نازل ہوں گے تو وہ شریعت محمدیہ پہ عمل پیرا ہوں گے۔ تو اس سے صاف پتہ چل رہا ہے کہ یہ قادیانی ان کی یہ دو باتیں پیش کر کے دجل کرتے ہیں۔ ان کا ہرگز یہ عقیدہ نہیں تھا کہ حضرت عیسیٰ علیہ السلام جو ہے وہ فوت ہو گئے ہیں، بلکہ وہ زندہ ہیں۔ اسی طرح حافظ ابن قیم رحمۃ اللہ علیہ کی ایک اور عبارت ہے، وہ بھی میں آپ کو بتاتا ہوں۔ اس میں یہ التبیان میں ہے، التبیان فی ایمان القرآن، اس میں وہ لکھتے ہیں کہ وَهَذَا الْمَسِيحُ ابْنُ مَرْیَمَ حَيٌّ لَمْ يَمُتْ وَغِذَاؤُهُ مِنْ جِنْسِ غِذَاءِ الْمَلَائِکَةِ۔ وہ فرماتے ہیں حافظ ابن قیم رحمۃ اللہ علیہ کہ حاضر المسیح عیسیٰ ابن مریم کا وہ ذکر فرماتے ہوئے لکھتے ہیں کہ یہ عیسیٰ ابن مریم حیٌ زندہ ہیں، لم یمت ان پر موت نہیں آئی، وَغِذَاؤُهُ مِنْ جِنْسِ غِذَاءِ الْمَلَائِکَةِ اور ان کی غذا ملائکہ کی غذا جیسی ہے۔ اب یہاں پہ واضح طور پر حافظ ابن قیم رحمۃ اللہ علیہ فرما رہے ہیں کہ مسیح ابن مریم تو زندہ ہیں اور ان پر موت ہی نہیں آئی، اور ان کی غذا فرشتوں کی غذا جیسی ہے، تو وہ کیسے کہہ سکتے ہیں کہ جی وہ فوت ہو گئے جب وہ صریح الفاظ میں یہ لکھ رہے ہیں؟ اور مزے کی بات یہ ہے کہ نبی پاک صلی اللہ علیہ وسلم بھی فرما رہے ہیں کہ اگر موسیٰ علیہ السلام زندہ ہوتے تو میری اتباع کرتے، اور اس کے برعکس مرزا قادیانی اس کے الٹ کہہ رہا ہے کہ موسیٰ علیہ السلام تو زندہ آسمان پہ موجود ہیں۔ حافظ ابن قیم رحمۃ اللہ علیہ بھی فرماتے ہیں کہ مسیح ابن اور نبی پاک صلی اللہ علیہ وسلم نے فرمایا کہ عیسیٰ ابن مریم زندہ ہیں، اور مرزا قادیانی کہتا ہے فوت ہو گئے ہیں۔ نبی پاک صلی اللہ علیہ وسلم کہتے ہیں موسیٰ علیہ السلام فوت ہو گئے ہیں، مرزا کہتا ہے نہیں وہ زندہ ہیں۔ یعنی ہر بات میں یہ نبی پاک صلی اللہ علیہ وسلم کی مخالفت کر رہے ہیں۔ جس پیغمبر کو نبی پاک صلی اللہ علیہ وسلم نے فوت شدہ قرار دیا اس کو یہ مرزا کہتا ہے زندہ ہے آسمان پہ، اور جن کو انہوں نے زندہ قرار دیا اس کو یہ کہتا ہے فوت ہو گئے ہیں۔ اسی طرح حافظ ابن قیم جو ہے وہ مسیح ابن مریم کے بارے میں فرماتے ہیں المسیح ابن مریم حی لم یمت، کہ وہ تو زندہ ہیں ان پر موت نہیں آئی، اور مرزا قادیانی موسیٰ علیہ السلام کے بارے میں کہتا ہے حی فی السماء ولم یمت، کہ وہ آسمان میں زندہ ان پر موت نہیں آئی۔ تو دیکھیں یہ قادیانی جو ہے وہ ٹوٹل اسلام کے اپوزٹ ہے۔ بزرگان امت جو ہیں قطعاً کسی کا کبھی عقیدہ نہیں رہا کہ حضرت عیسیٰ علیہ السلام فوت ہو گئے ہیں۔ ساری امت مسلمہ متفقہ طور پہ 1300 سال سے 1400 سال سے اسی عقیدے پر ہے کہ حضرت عیسیٰ علیہ السلام زندہ آسمان پہ اٹھائے گئے، سوائے جو ہے وہ چند ایک کوئی بدبخت بیچ میں کوئی آئے رہے ہیں، جیسے مرزے سے کچھ عرصہ قبل وہ سر سید احمد خان نے بھی یہ شوشہ چھوڑا، اور پھر مرزے کے ہی زمانے میں غلام احمد پرویز اور غلام احمد خود مرزا قادیانی، یہ دونوں نام کے غلام احمد جو تھے دونوں نے یہ شوشے چھوڑے، وہ پرویز نے بھی اور اس قادیانی نے بھی۔ تو سوائے یہ چند ایک ناقبت اندیشوں کے پوری امت مسلمہ متفقہ طور پہ حضرت عیسیٰ علیہ السلام کی 1400 صدیوں سے حیات کی قائل ہے، ان کے زندہ آسمان پہ اٹھائے جانے کی قائل ہے، ان کے دوبارہ نزول کی قائل ہے، اور یہ ایک متواتر عقیدہ ہے جو کہ نبی پاک صلی اللہ علیہ وسلم سے تواتر سے چلا آ رہا ہے، اور اس کے بارے میں درجنوں نہیں سینکڑوں نبی پاک صلی اللہ علیہ وسلم کی احادیث موجود ہیں۔
قرآن پاک میں بھی اس کا اشارہ ہے اور بڑا واضح اور صریح اشارہ ہے، بلکہ اشارات ہیں۔ تو خلاصہ یہ ہے جی کہ نہ تو حافظ ابن قیم رحمۃ اللہ علیہ حضرت عیسیٰ علیہ الصلوۃ والسلام کی وفات کے قائل تھے، بلکہ وہ ان کی حیات اور نزول کے قائل تھے، اور نہ ہی جو ہے یہ بات ہے کہ کسی بھی بزرگان امت میں سے کسی کی بھی بات کی بنا پر کوئی عقیدہ بنایا جا سکتا ہے، جبکہ وہ بات اگر صریح قرآن یا حدیث کے خلاف بھی ہوتی ہے۔ تو اصل جو ماخذ ہے ایمان کا، عقائد کا، وہ قرآن اور حدیث ہے۔ جو بات قرآن حدیث سے ثابت ہوگی اس کو لیا جائے گا، جو بھی بات قرآن حدیث کے خلاف، چاہے وہ ہزاروں حافظ ابن قیم کیوں نہ سامنے کھڑے ہوں، سب کو رد کر دیا جائے گا۔ یہ مین اصول ہے اسلام کی بنیاد، اور جو اس کی اساس ہے وہ قرآن اور حدیث ہے۔ اس سے باہر کہیں بھی مرزئی جائیں تو وہ اپنی بے بسی کا ثبوت دے رہے ہوتے ہیں کہ قرآن حدیث سے ان کے پاس کوئی دلیل نہیں ہے، اور پھر جو ہے بزرگوں کی عبارتوں کو کانٹ چھانٹ کے ان میں دجل فریب کر کے، تحریفات کر کے، چھپا کے، آدھی باتیں پیش کر کے دجل فریب کرتے ہیں۔ اللہ ہدایت دے جی ان کو۔ جی ضیاء بھائی ماشاءاللہ، اللہ تعالیٰ تو جزائے خیر دے، بہت اچھے طریقے نال تسا ایکسپلین کیتا۔ تے ہن بھی پھر مرزائی انہاں گلاں دے تے یقین نہ کریں تے پھر انہاں دی اپنی قسمت۔ با فراڈی ہے گئے، انہوں نے فراڈ مارنا ہی مارنا، جو مرضی کر لو۔ بالکل انہاں دے جڑا ہے دلاں تے مہر لگ گئی، انہاں نے بالکل کچھ بھی نہیں یعنی کہ پتہ لگتا۔ ہاں جی ایک صاحب مسئلہ ہے نا، اپنا مذہب چھوڑنا، اپنا فرقہ چھوڑنا بڑا مشکل کام ہے۔ کیڑا مشکل ہے یار، جدا سچ مشکل ہے۔ جھوٹ ہے تواڈے اگوں ہوے تے تھان بالکل اے وچ کیڑا ہے بھائی، بس سو جان تو نہیں چھوڑ رہا ہے، چھوڑ کے ونجن کدھر۔ ملک صاحب نہیں چھوڑنا ہوندا، بس رہن دیو۔ اچھا میں حساب لایا ہے ہن ٹک ٹاک تے قادیانی کٹ گئے نے، جس تک انہوں میرا نے گھٹ کی، انہوں نے نس جانا ادا ہی ہے، نظر ہی نہیں آنا کسی نے۔ اچھا ٹھیک ہے جی، عبداللہ رانا بھائی آئے نا، السلام علیکم عبداللہ بھائی، کیا حال چال ہے؟ عبداللہ بھائی آپ نے کوئی بات کرنی ہے تو کریں، پھر میں جو ہے نا وہ بند کرنے لگوں۔ چلے میرے خیال سے وہ بیزی ہیں، چلیں ٹھیک ہے، میں بھی اجازت چاہتا ہوں، پھر انشاءاللہ ملاقات ہوتی تسی ہے۔ واقعی سچ کہہ رہے ہو کہ تسی شادی ایکس قادیانی نے کی ہے، مذاق لگے سو؟ نہیں نہیں سیریس ہے۔ یار ماشاءاللہ یہ تو بڑی اچھی گل ہے۔ چلو ٹھیک ہے پھر، دعاؤں یاد رکھنا اللہ دے والے۔ اوکے جی، اللہ حافظ۔ پال نبی میرے درداں دی دوا دینا، لج پال نبی میرے درداں دی دوا دینا، لج پال نبی میرے درداں